ਵੈਲਕਮ ਸਟੂਡੈਂਟਸ। ਅੱਜ ਫੇਰ ਸਵਾਗਤ ਹੈ ਤੁਹਾਡਾ। ਅੱਜ ਅਸੀਂ ਗੱਲ ਕਰਾਂਗੇ ਮਨੁੱਖੀ ਬਸਤੀਆਂ ਦੇ ਉੱਪਰ। ਵਿਦਿਆਰਥੀਓ, ਇਹ ਟੌਪਿਕ ਤੁਹਾਡੇ +2 ਜਮਾਤ ਵਿੱਚ ਤੀਸਰੇ ਚੈਪਟਰ ਦਾ ਹੈ ਤੇ ਇਸ ਵਿੱਚ ਅਸੀਂ ਮਨੁੱਖੀ ਬਸਤੀਆਂ ਦੇ ਉੱਪਰ ਗੱਲ ਕਰਾਂਗੇ। ਸੋ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਧਿਆਨ ਦੇ ਨਾਲ ਤੁਸੀਂ ਨੇ ਸੁਣਨਾ ਹੈ, ਸਮਝਣਾ ਹੈ। ਇਸ ਦੇ ਵਿੱਚੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਵੱਡਾ ਪ੍ਰਸ਼ਨ ਇੱਕ ਬਣਦਾ ਹੈ। ਵਿਦਿਆਰਥੀਓ, ਹੁਣ ਗੱਲ ਕਰਦੇ ਹਾਂ ਵਿਸਥਾਰ ਦੇ ਵਿੱਚ ਮਨੁੱਖੀ ਬਸਤੀਆਂ ਨੂੰ ਅੰਗਰੇਜ਼ੀ ਦੇ ਵਿੱਚ ਹਿਊਮਨ ਸੈਟਲਮੈਂਟਸ ਕਿਹਾ ਜਾਂਦਾ ਹੈ। ਚਲੋ ਗੱਲ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਆਪਾਂ ਵਿਸਥਾਰ ਰੂਪ ਦੇ ਵਿੱਚ ਗੱਲ ਕਰੀਏ, ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਇਸ ਦੇ ਇੰਪੋਰਟੈਂਟ ਫੈਕਟਸ ਦੇ ਬਾਰੇ, ਤਾਂ ਕਿ ਤੁਹਾਨੂੰ ਬਿਲਕੁਲ ਕਲੀਅਰ ਹੋ ਜਾਵੇ ਕਿ ਅਸੀਂ ਨੇ ਜਿਹੜਾ ਮਨੁੱਖੀ ਬਸਤੀਆਂ ਪੜ੍ਹਨ ਤੋਂ ਪਹਿਲਾਂ ਕੀ ਕੁਝ ਧਿਆਨ ਦੇ ਵਿੱਚ ਰੱਖਣਾ ਹੈ। ਸੋ ਵਿਦਿਆਰਥੀਓ, ਪਹਿਲੇ ਪੁਆਇੰਟ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਮਨੁੱਖੀ ਬਸਤੀਆਂ ਜਿਹੜੀਆਂ ਉਹ ਸਥਾਈ ਅਤੇ ਅਸਥਾਈ ਹੋ ਸਕਦੀਆਂ ਹਨ। ਇਹਨਾਂ ਦੇ ਵਿੱਚ ਪਿੰਡਾਂ ਵਾਲੀਆਂ ਬਸਤੀਆਂ ਵੀ ਹੋ ਸਕਦੀਆਂ ਹਨ ਤੇ ਸ਼ਹਿਰਾਂ ਵਾਲੀਆਂ ਬਸਤੀਆਂ ਵੀ ਹੋ ਸਕਦੀਆਂ ਹਨ। ਫॉर ਐਗਜ਼ਾਮਪਲ, ਜੇਕਰ ਅਸੀਂ ਅਸਥਾਈ ਰੂਪ ਦੇ ਵਿੱਚ ਗੱਲ ਕਰੀਏ ਤਾਂ ਅਸਥਾਈ ਅਸੀਂ ਕਹਿ ਸਕਦੇ ਹਾਂ ਕਿ ਜਿਵੇਂ ਭੱਠੇ ਵਾਲੇ ਹੁੰਦੇ ਹਨ, ਉਹ ਕੁਝ ਕੁ ਸਮੇਂ ਦੇ ਲਈ ਸ਼ੈਡਸ ਵਗੈਰਾ ਪਾ ਲੈਂਦੇ ਹਨ ਤੇ ਜਦੋਂ ਭੱਠੇ ਦਾ ਕੰਮ ਖਤਮ ਹੋ ਜਾਂਦਾ ਹੈ ਤਾਂ ਫਿਰ ਉਹ ਸ਼ੈਡ ਛੱਡ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਜਾਂਦੇ ਹਨ। ਪਰ ਵਿਦਿਆਰਥੀਓ, ਇੱਥੇ ਮੈਂ ਜਿਹੜੀ ਸਥਾਈ ਰੂਪ ਦੇ ਵਿੱਚ ਕਰ ਲਾਂਗੇ ਪਰਮਾਨੈਂਟ ਸੈਟਲਮੈਂਟਸ ਦੀ ਜਿਹੜੀ ਅਸੀਂ ਗੱਲ ਕਰਦੇ ਹੈਗੇ ਹਾਂ, ਤਾਂ ਉਹ ਪੱਕੀਆਂ ਤੌਰ 'ਤੇ ਹੁੰਦੀਆਂ ਹਨ। ਪੰਜਾਬ ਦੇ ਵਿੱਚ ਸਾਰੀਆਂ ਹੀ ਸੈਟਲਮੈਂਟਸ ਪੇਂਡੂ ਜਾਂ ਸ਼ਹਿਰੀ ਲਗਭਗ ਪੱਕੀਆਂ ਹੀ ਹਨ। ਸੋ ਉਹ ਸਾਰੀਆਂ ਜਿਹੜੀਆਂ ਬਸਤੀਆਂ ਨੇ ਉਹਨਾਂ ਦੇ ਵਿੱਚ ਲੋਕ ਪਰਮਾਨੈਂਟ ਤੌਰ 'ਤੇ ਰਹਿੰਦੇ ਹਨ। ਪਰਮਾਨੈਂਟ ਤੌਰ 'ਤੇ ਭਾਵ ਜਿਵੇਂ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਰਹਿੰਦੇ ਹੋ, ਉੱਥੇ ਹੀ ਪਾਣੀ ਹੈ, ਉੱਥੇ ਹੀ ਤੁਹਾਨੂੰ ਖਾਣ ਦੀ ਸਹੂਲਤ ਹੈ, ਉੱਥੇ ਹੀ ਕੱਪੜੇ ਪਹਿਨਣ ਦੀ ਸਹੂਲਤ ਹੈ। ਸਾਰੀਆਂ ਸਹੂਲਤਾਂ ਨੇ ਜਿਹੜੀਆਂ ਉਹ ਤੁਹਾਨੂੰ ਇੱਕ ਸਥਾਨ 'ਤੇ ਹੀ ਮਿਲਦੀਆਂ ਹਨ। ਸੋ ਨੈਕਸਟ ਪੁਆਇੰਟ ਹੈ ਵਿਦਿਆਰਥੀਓ, ਉਸ ਦੇ ਬਾਰੇ 'ਚ ਆਪਾਂ ਗੱਲ ਕਰਦੇ ਹਾਂ ਕਿ ਸ਼ਹਿਰੀ ਇਲਾਕਿਆਂ ਤੋਂ ਦੂਰ ਰਹਿਣ ਵਾਲੇ ਲੋਕਾਂ ਦੀ ਪ੍ਰਕਿਰਿਆ ਸ਼ਹਿਰ ਦੇ ਬਾਹਰਲੇ ਸਾਫ਼ ਖੇਤਰਾਂ ਵਿੱਚ ਬਿਹਤਰ ਗੁਣਵੱਤਾ ਦੀ ਭਾਲ ਵਿੱਚ ਉਪ ਸ਼ਹਿਰੀਕਰਨ ਵਜੋਂ ਜਾਣੀ ਜਾਂਦੀ ਹੈ। ਸੋ ਇਹ ਪੁਆਇੰਟ ਬੜਾ ਇੰਪੋਰਟੈਂਟ ਹੈ ਸਟੂਡੈਂਟਸ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿੰਨੇ ਵੀ ਸ਼ਹਿਰ ਉਪ ਸ਼ਹਿਰੀਕਰਨ ਹੁੰਦੇ ਨੇ ਤਾਂ ਉੱਥੋਂ ਦਾ ਜਿਹੜਾ ਸਟੈਂਡਰਡ ਆਫ ਲਿਵਿੰਗ ਹੈ, ਗੁਣਵੱਤਾ ਹੈ, ਉਹ ਅਸੀਂ ਦੂਸਰੇ ਸ਼ਹਿਰ ਦੇ ਜਿਹੜੇ ਕੰਪੈਰੇਟਿਵਲੀ ਅਸੀਂ ਅਗਲਾ ਸ਼ਹਿਰ ਵਸਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਪਰਾਲਾ ਕਰਦੇ ਹਾਂ। ਫॉर ਐਗਜ਼ਾਮਪਲ, ਜੇ ਅਸੀਂ ਗੱਲ ਕਰੀਏ ਮੋਹਾਲੀ ਦੇ ਵਿੱਚ ਇੱਕ ਐਰੋ ਸਿਟੀ ਨਾਂ ਦਾ ਇੱਕ ਨਵਾਂ ਜਿਹੜਾ ਹੈ ਉੱਥੇ ਵਿਕਸਿਤ ਹੋਇਆ ਹੈ ਤੇ ਉੱਥੇ ਉਹ ਲੋਕ ਜਿਹੜੇ ਵਸਣਾ ਰਹਿਣਾ ਪਸੰਦ ਕਰਨਗੇ ਜਿਹੜੇ ਕੰਪੈਰੇਟਿਵਲੀ ਹੋਰਾਂ ਸ਼ਹਿਰਾਂ ਨਾਲ ਉੱਥੇ ਜਿਹੜੀਆਂ ਬੈਟਰ ਸਹੂਲਤਾਂ ਉਹਨਾਂ ਨੂੰ ਮਿਲ ਸਕਣ। ਸੋ ਨੈਕਸਟ ਫੈਕਟ 'ਤੇ ਅਸੀਂ ਆਉਂਦੇ ਹਾਂ ਕਿ ਇਸ ਦੇ ਵਿੱਚ ਬੜਾ ਕਲੀਅਰ ਕੱਟ ਹੈ ਕਿ ਸ਼ਹਿਰੀ ਹੈ ਜਿਹੜੀ ਆਬਾਦੀ ਹੈ ਉਹ ਕਿਹੜੀ ਹੁੰਦੀ ਹੈ, ਸ਼ਹਿਰੀ ਆਬਾਦੀ ਕਿਹੜੀ ਹੁੰਦੀ ਹੈ। ਸੋ ਇਸ ਨੂੰ ਆਪਾਂ ਥੋੜ੍ਹਾ ਜਿਹਾ ਧਿਆਨ ਦੇ ਨਾਲ ਕਰਦੇ ਹਾਂ ਕਿ ਅਕੋਰਡਿੰਗ ਟੂ ਦਾ ਸੈਂਸਸ ਆਫ 1991, ਭਾਰਤ ਦੀ ਜਿਹੜੀ 1991 ਦੀ ਮਰਦਮਸ਼ੁਮਾਰੀ ਹੋਈ ਤਾਂ ਉਹਦੇ ਵਿੱਚ ਬੜਾ ਕਲੀਅਰ ਇਨਵਾਈਟਡ ਕੌਮਿਆਂ ਦੇ ਵਿੱਚ ਲਿਖਿਆ ਹੋਇਆ, ਤੁਸੀਂ ਦੇਖ ਸਕਦੇ ਹੋ। ਜਿਹੜੇ ਇਨਵਾਈਟਡ ਕੌਮਿਆਂ ਦੇ ਵਿੱਚ ਇਹ ਸਾਰੀ ਸਟੇਟਮੈਂਟ ਹੈ ਕਿ ਸਾਰੀਆਂ ਥਾਵਾਂ ਜਿਨ੍ਹਾਂ ਕੋਲ ਮਿਊਨਿਸਪੈਲਿਟੀ ਤਕਰੀਬਨ ਸਾਰੇ ਸ਼ਹਿਰਾਂ ਦੇ ਵਿੱਚ ਹੁੰਦੀ ਹੈ, ਨਿਗਮ ਜਿਹੜੇ ਵੱਡੇ ਸ਼ਹਿਰ ਹੁੰਦੇ ਨੇਗੇ, ਜਿਵੇਂ ਲੁਧਿਆਣਾ ਵਗੈਰਾ ਆਪਾਂ ਕਹਿ ਸਕਦੇ ਹਾਂ, ਕੰਟੋਨਮੈਂਟ ਬੋਰਡ ਜਾਂ ਨੋਟੀਫਾਈਡ ਸ਼ਹਿਰ ਦੀ ਵਿਧਾਇਕ ਕਮੇਟੀ ਹੈ। ਉਹਦੇ ਵਿੱਚ MC ਹੋ ਗਏ, ਉਹਨਾਂ ਦਾ ਜਿਹੜਾ ਹੈਗਾ ਪ੍ਰੈਜ਼ੀਡੈਂਟ ਹੋ ਗਿਆ। ਇਸੇ ਤਰ੍ਹਾਂ ਹੀ ਵੱਡੇ ਸ਼ਹਿਰਾਂ ਵਿੱਚ ਮੇਅਰ ਹੁੰਦਾ ਹੈ ਤੇ ਘੱਟੋ ਘੱਟ 5000 ਵਿਅਕਤੀਆਂ ਦੀ ਉੱਥੋਂ ਦੀ ਆਬਾਦੀ ਹੈ। ਉੱਥੋਂ ਦੀ ਜਿਹੜੀ ਆਬਾਦੀ ਹੈ ਉਹ 5000 ਦੇ ਵਿਅਕਤੀਆਂ ਦੇ ਜਿਹੜੇ ਬਰਾਬਰ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 75% ਉੱਥੋਂ ਦੇ ਪੁਰਖ ਕਾਮੇ ਤੇ ਗੈਰ ਖੇਤੀਬਾੜੀ ਕਾਮੇ ਵਿੱਚ ਲੱਗੇ ਹੋਏ ਹਨ ਤੇ ਘੱਟੋ ਘੱਟ ਉੱਥੋਂ ਦੀ ਜਿਹੜੀ ਡੈਂਸਿਟੀ ਆਫ ਪਾਪੂਲੇਸ਼ਨ ਹੈ
ਉਹ 400 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਦੀ ਹੋਣੀ ਚਾਹੀਦੀ ਹੈ, ਜਿਸ ਨੂੰ ਅਸੀਂ ਆਬਾਦੀ ਘਣਤਾ ਜੋ ਪਿਛਲੇ ਚੈਪਟਰ ਦੇ ਵਿੱਚ ਗੱਲ ਕੀਤੀ ਸੀਗੀ, ਡੈਂਸਿਟੀ ਐਂਡ ਡਿਸਟ੍ਰੀਬਿਊਸ਼ਨ ਆਫ ਦ ਪਾਪੂਲੇਸ਼ਨ ਦੇ ਵਿੱਚ ਅਸੀਂ ਗੱਲ ਕੀਤੀ ਸੀ। ਤਾਂ ਉਹ ਜਿਹੜੀ 400 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੋਣੀ ਚਾਹੀਦੀ ਹੈ, ਤਾਂ ਉਸ ਨੂੰ ਅਸੀਂ ਇੱਕ ਸ਼ਹਿਰੀ ਆਬਾਦੀ ਕਿਹਾ ਜਾ ਸਕਦਾ ਹੈ। ਸ਼ਹਿਰੀ ਆਬਾਦੀ ਵਾਲੀ ਜਿਹੜੀ ਸੈਟਲਮੈਂਟਸ ਹੈ ਉਹ ਕਹੀ ਜਾ ਸਕਦੀ ਹੈ। ਅੱਗੇ ਵਿਦਿਆਰਥੀਓ ਅਸੀਂ ਗੱਲ ਕਰਦੇ ਹਾਂ ਸੈਟਲਮੈਂਟ ਦੇ ਜਿਹੜੀ ਵਰਗੀਕਰਨ ਦੇ ਬਾਰੇ 'ਚ। ਤਾਂ ਬੜਾ ਕਲੀਅਰ ਕੱਟ ਹੈ ਕਿ ਸੈਟਲਮੈਂਟ ਜਾਂ ਜਿਹੜਾ ਬਸਤੀਆਂ ਦਾ ਵਰਗੀਕਰਨ ਹੈ ਉਹ ਮੁੱਖ ਤੌਰ 'ਤੇ ਜਿਹੜਾ ਹੈ ਖੇਤੀਬਾੜੀ, ਪਸ਼ੂ ਪਾਲਣ, ਮੱਛੀਆਂ ਹੋ ਗਈਆਂ, ਮੈਸਾਂ। ਆਪਾਂ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਮੈਸਾਂ ਦਾ ਪਾਲਣ, ਮੱਝਾਂ ਦਾ ਪਾਲਣ, ਮੁਰਗੀਆਂ ਦਾ ਪਾਲਣ ਅਤੇ ਹੋਰ ਜਿਹੜੀਆਂ ਪ੍ਰਾਇਮਰੀ ਸੈਕਟਰ ਦੀਆਂ ਜਿਹੜੀਆਂ ਸਰਗਰਮੀਆਂ 'ਤੇ ਨਿਰਭਰ ਕਰਦਾ ਹੈ। ਠੀਕ ਹੈ, ਜਿਹੜਾ ਜਿੰਨੇ ਵੀ ਸੈਟਲਮੈਂਟਸ ਨੇ, ਜਿੰਨੀਆਂ ਵੀ ਬਸਤੀਆਂ ਨੇਗੀਆਂ, ਸੋ ਉਹ ਜਿੱਥੇ ਖੇਤੀਬਾੜੀ ਲਈ ਵਧੀਆ ਥਾਂ ਹੈ ਉੱਥੋਂ ਲੋਕ ਜਿਹੜੇ ਜ਼ਿਆਦਾ ਰਹਿਣਾ ਪਸੰਦ ਕਰਨਗੇ, ਅਤੇ ਜਿੱਥੇ ਖੇਤੀਬਾੜੀ ਲਈ ਵਧੀਆ ਥਾਂ ਨਹੀਂ ਹੈ ਉੱਥੇ ਲੋਕ ਜਿਹੜੇ ਘੱਟ ਰਹਿਣਾ ਪਸੰਦ ਕਰਨਗੇ। ਸੋ ਵਿਦਿਆਰਥੀਓ, ਅਗਲੀ ਜਿਹੜੀ ਆਪਣਾ ਪੁਆਇੰਟ, ਨੈਕਸਟ ਪੁਆਇੰਟ ਹੈਗਾ ਜਿਹੜਾ ਉਹ ਪੇਂਡੂ ਬਸਤੀਆਂ ਲਈ, ਜਿਹੜੀਆਂ ਸਾਡੀਆਂ ਪੇਂਡੂ ਬਸਤੀਆਂ ਨੇਗੀਆਂ ਮੋਸਟਲੀ, ਉਹਨਾਂ ਲਈ ਪਾਣੀ ਦੀ ਸਪਲਾਈ, ਦੈਟਸ ਅ ਵੈਰੀ ਇੰਪੋਰਟੈਂਟ ਥਿੰਗ। ਦੈਨ ਉਪਜਾਊ ਜ਼ਮੀਨ, ਇਹ ਵੀ ਬਹੁਤ ਇੰਪੋਰਟੈਂਟ ਗੱਲ ਹੈ। ਅਤੇ ਰਾਹਤ ਵਿਸ਼ੇਸ਼ਤਾਵਾਂ, ਇਹ ਵੀ ਬੜੀਆਂ ਇੰਪੋਰਟੈਂਟ ਹੈਗੀਆਂ। ਅਤੇ ਬਿਲਡਿੰਗ ਸਮੱਗਰੀ ਉਸ ਤੋਂ ਵੀ ਇੰਪੋਰਟੈਂਟ ਹੈ, ਕਿਉਂਕਿ ਹਰ ਇੱਕ ਵਿਅਕਤੀ ਨੂੰ ਰਹਿਣ ਦੇ ਲਈ ਹੈ ਜਿਹੜੀ ਉਹ ਬਿਲਡਿੰਗ ਸਮੱਗਰੀ ਦੀ ਬਹੁਤ ਲੋੜ ਹੁੰਦੀ ਹੈ। ਜੇਕਰ ਉਹਨੂੰ ਮਕਾਨ ਪਾਉਣ ਦੇ ਲਈ ਘਰ ਹੀ ਨਹੀਂ ਮਿਲੇਗਾ ਤਾਂ ਉਹ ਰਹੇਗਾ ਕਿੱਥੋਂ ਬਣਾਏਗਾ? ਸੀਮੈਂਟ ਨਹੀਂ ਮਿਲੇਗਾ, ਕਿੱਥੋਂ ਬਣਾਏਗਾ? ਸੋ ਇਹ ਜਿਹੜੀਆਂ ਚੀਜ਼ਾਂ ਨੇ ਬੜੀਆਂ ਇੰਪੋਰਟੈਂਟ ਨੇ। ਸੋ ਇਹ ਸੈਟਲਮੈਂਟ ਤੇ ਇੱਕ ਬਸਤੀਆਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ। ਸੋ ਵਿਦਿਆਰਥੀਓ, ਇਹ ਦੋਨੇ ਪੁਆਇੰਟਸ ਜਿਹੜੇ ਬੜੇ ਇੰਪੋਰਟੈਂਟ ਹੈ ਸੈਟਲਮੈਂਟ ਤੇ ਵਰਗੀਕਰਨ ਬਾਰੇ। ਛੋਟਾ ਜਿਹਾ ਕੁਐਸਚਨ ਆ ਸਕਦਾ ਹੈ, ਤਾਂ ਤੁਸੀਂ ਇਹ ਜਿਹੜੇ ਪੁਆਇੰਟਸ ਨੇ ਉਹ ਲਿਖ ਸਕਦੇ ਹੋ। ਅੱਗੇ ਚੱਲਦੇ ਹਾਂ ਅਸੀਂ। ਅੱਗੇ ਤੁਸੀਂ ਵੇਖ ਰਹੇ ਹੋ ਇੱਥੇ ਕਿ ਵੱਖਰੋ ਵੱਖਰੇ ਜਿਹੜੇ ਪੈਟਰਨਸ ਨੇ, ਤੁਹਾਨੂੰ ਇਹ ਬੜੇ ਕਲੀਅਰ, ਮੈਂ ਤੁਹਾਨੂੰ ਅੱਗੇ ਚੱਲਣ ਤੋਂ ਪਹਿਲਾਂ ਬੜਾ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਇਸ ਤੋਂ ਪਹਿਲਾਂ ਕਿ ਅਸੀਂ ਵਰਗੀਕਰਨ ਪੜ੍ਹੀਏ, ਉਹਨਾਂ ਦੇ ਬਾਰੇ 'ਚ ਸਿੱਖੀਏ, ਗੱਲਾਂ ਕਰੀਏ, ਤਾਂ ਤੁਹਾਨੂੰ ਇੱਕ ਹਲਕੀ ਜਿਹੀ ਝਾਤ ਵੱਖਰੋ ਵੱਖਰੀਆਂ ਜਿਹੜੀਆਂ ਬਸਤੀਆਂ, ਵੱਖਰੋ ਵੱਖਰੀਆਂ ਸੈਟਲਮੈਂਟਸ ਨੇ ਉਹਨਾਂ ਦੇ ਉੱਪਰ ਪਾਉਣੀ ਬਣਦੀ ਹੈ। ਤਾਂ ਇਸ ਜਿਹੜੇ ਤਸਵੀਰ ਦੇ ਵਿੱਚ ਤੁਸੀਂ ਵੇਖ ਰਹੇ ਹੋ, ਸਭ ਤੋਂ ਪਹਿਲਾਂ ਜਿਹੜਾ ਅਸੀਂ ਲੀਨੀਅਰ ਸੈਟਲਮੈਂਟਸ ਦੀ ਗੱਲ ਕੀਤੀ ਹੈ, ਸੋ ਇਹ ਤੁਸੀਂ ਸਾਹਮਣੇ ਵੇਖ ਸਕਦੇ ਹੋ ਲੀਨੀਅਰ ਸੈਟਲਮੈਂਟ। ਸੈਕਿੰਡ ਅਸੀਂ ਕ੍ਰਾਸ ਸ਼ੇਪ ਜਿਹੜੀ ਪੈਟਰਨ ਦੀ ਗੱਲ ਕੀਤੀ ਹੈ। ਥਰਡ ਸਟਾਰ ਲਾਈਕ ਪੈਟਰਨ ਹੈ, ਅਤੇ ਫਿਰ ਟੀ ਸ਼ੇਪ ਪੈਟਰਨ ਹੈ, ਫਿਰ ਸਰਕੂਲਰ ਪੈਟਰਨ ਹੈ, ਦੈਨ ਡਬਲ ਪੈਟਰਨ ਹੈ। ਅਤੇ ਥੱਲੇ ਜਿਹੜੇ ਹੈਗੇ ਨੇ ਕਨਵੈਨਸ਼ਨਲ ਸਿੰਬਲਸ। ਠੀਕ ਹੈ, ਤੁਸੀਂ ਇੱਥੇ ਦੇਖ ਰਹੇ ਹੋ ਜਿਹੜੇ ਆਹ ਵਾਲੇ ਹੈਗੇ ਨੇ, ਇਹ ਕਨਵੈਨਸ਼ਨਲ ਸਿੰਬਲਸ ਹਨ। ਠੀਕ ਹੈ, ਸੋ ਇਹ ਕਨਵੈਨਸ਼ਨਲ ਸਿੰਬਲਸ ਨੇ। ਸੋ ਇਹਦੇ ਵਿੱਚ ਨਦੀ ਕਿਸ ਤਰ੍ਹਾਂ ਦੀ ਹੁੰਦੀ ਹੈ, ਰੋਡ ਕਿਸ ਤਰ੍ਹਾਂ ਦੀ ਹੁੰਦੀ ਹੈ, ਰੀਵਰ ਕਿਸ ਤਰ੍ਹਾਂ ਦੀ ਹੁੰਦੀ ਹੈ, ਕੈਨਾਲ ਕਿਸ ਤਰ੍ਹਾਂ ਦੀ ਹੁੰਦੀ ਹੈ, ਇਸ ਤਰ੍ਹਾਂ ਦੇ ਜਿਹੜੇ ਸਾਰੇ ਚਿੰਨ੍ਹ ਨੇ ਇਹਦੇ ਵਿੱਚ ਦਰਸਾਏ ਗਏ ਨੇ। ਸੋ ਉੱਪਰ ਜਿੰਨੀਆਂ ਵੀ ਤੁਸੀਂ ਤਸਵੀਰਾਂ ਦੇਖ ਰਹੇ ਹੋ, ਤਾਂ ਇਹਦੇ ਵਿੱਚ ਦੋ ਗੱਲਾਂ ਹੀ ਜਿਹੜੀਆਂ ਤੁਹਾਨੂੰ ਮੁੱਖ ਦਰਸਾਈਆਂ ਗਈਆਂ ਨੇ। ਉਹ ਕਿਹੜੀਆਂ ਹਨ? ਇੱਕ ਤਾਂ ਇਹਦੇ ਵਿੱਚ ਤੁਸੀਂ ਵਿਦਿਆਰਥੀਓ ਦੇਖ ਰਹੇ ਹੋ ਜਿਹੜੇ ਸਾਈਡਾਂ ਤੇ ਜਿਹੜੇ ਘਰ ਬਣੇ ਦੇਖ ਰਹੇ ਹੋ, ਉਹ ਘਰ ਨੇ, ਤੇ ਵਿਚਕਾਰ ਦੀ ਜਿਹੜਾ ਇੱਕ ਰਸਤਾ ਜਾਂਦਾ ਹੈ, ਉਹ ਜਿਹੜਾ ਰਸਤਾ ਹੈ ਉਹ ਹਰ ਇੱਕ ਸੈਟਲਮੈਂਟਸ ਦੇ ਵਿੱਚ ਦਿਖਾਇਆ ਗਿਆ। ਠੀਕ ਹੈ, ਸੋ ਉਹ ਹਰ ਇੱਕ ਸੈਟਲਮੈਂਟ ਦੇ ਵਿੱਚ ਜਿਹੜਾ ਰਸਤਾ ਹੈ, ਜਿਵੇਂ ਪਹਿਲੀ ਲੀਨੀਅਰ ਸੈਟਲਮੈਂਟ ਦੀ ਗੱਲ ਕਰਦੇ ਹਾਂ ਤਾਂ ਵਿਚਕਾਰ ਦੀ ਇਹ ਜਿਹੜਾ ਰਸਤਾ ਹੈ, ਸਾਈਡ ਤੇ ਉਸਦੇ ਸਾਈਡ ਦੇ ਉੱਪਰ ਕੀ ਨੇ ਜਿਹੜੇ ਘਰ ਨੇ। ਇਸੇ ਤਰ੍ਹਾਂ ਹੀ ਜਿਹੜਾ ਕ੍ਰਾਸ ਸ਼ੇਪ ਪੈਟਰਨ ਹੈ, ਉਸਦੇ ਕਾਟੀ ਵੱਜੀ ਹੋਈ ਹੈ, ਤੇ ਉਸ ਤੋਂ ਕਾਟੀਆਂ ਦੇ ਸਾਈਡਾਂ ਤੇ ਜਿਹੜੇ ਉਹਦੇ ਵਿੱਚ ਘਰ ਹੈਗੇ ਆ, ਸੋ ਅਲੱਗ-ਅਲੱਗ ਨੇ। ਇਸ ਨੂੰ ਅਸੀਂ ਵਿਸਥਾਰ ਦੇ ਵਿੱਚ ਅੱਗੇ ਵੀ ਗੱਲ ਕਰਾਂਗੇ। ਸੋ ਚਲੋ ਚੱਲਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਇੱਥੇ ਦੇਖ ਰਹੇ ਹੋ ਕਿ ਸੈਟਲਮੈਂਟਸ ਦੇ ਵਿੱਚ ਅਸੀਂ ਲੀਨੀਅਰ ਪੈਟਰਨ ਦੇ ਬਾਰੇ 'ਚ ਗੱਲ ਕੀਤੀ ਹੈ ਕਿ ਲੀਨੀਅਰ ਜਿਹੜੀਆਂ ਪੈਟਰਨ ਹੈ ਬਸਤੀਆਂ ਦਾ, ਜਿਹੜਾ ਲੀਨੀਅਰ ਬਸਤੀਆਂ ਕਿਹੋ ਜਿਹੀਆਂ ਹੁੰਦੀਆਂ ਨੇਗੀਆਂ। ਇਹ ਥੱਲੇ ਤੁਸੀਂ ਤਸਵੀਰਾਂ ਤੋਂ ਬੜਾ ਕਲੀਅਰ ਹੀ ਜਾਣ ਸਕਦੇ ਹੋ ਕਿ ਜਿਹੜਾ ਲੀਨੀਅਰ ਬਸਤੀਆਂ ਦਾ ਜਿਹੜਾ ਪੈਟਰਨ ਹੈ ਉਹ ਬੜਾ ਕਲੀਅਰ ਤੁਹਾਨੂੰ ਇੱਥੇ ਦਰਸਾਇਆ ਗਿਆ ਹੈਗਾ। ਥੋੜਾ ਜਿਹਾ ਇਹਦੇ ਵਿੱਚ ਆਪਾਂ ਦੇਖਦੇ ਹਾਂ। ਜਿਹੜੀ ਪਹਿਲੀ ਤਸਵੀਰ ਇੱਥੇ ਆਪਾਂ
ਦਿਖਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਸੋ ਇਹਦੇ ਵਿੱਚ ਵਿਦਿਆਰਥੀਓ 4 ਪੈਟਰਨਸ 3-4 ਪੈਟਰਨਸ ਦਿੱਤੇ ਹੋਏ ਨੇਗੇ। ਇੱਕ ਦੇਖੋ ਨਿਊਕਲੀਏਟਡ, ਦੈਨ ਲੀਨੀਅਰ, ਠੀਕ ਹੈ, ਤੇ ਆਹ ਵਾਲਾ ਹੈਗਾ ਜਿਹੜਾ ਡਿਸਪਰਸਡ, ਠੀਕ ਹੈ। ਸੋ ਇਹ ਜਿਹੜੇ ਪੈਟਰਨ ਨੇ, ਤਾਂ ਆਪਾਂ ਜਿਹੜੀ ਇੱਥੇ ਗੱਲ ਕਰ ਰਹੇ ਹਾਂ ਉਹ ਸਿਰਫ ਇਸ ਲੀਨੀਅਰ ਪੈਟਰਨ ਦੀ ਗੱਲ ਕਰ ਰਹੇ ਹਾਂ। ਦਿਸ ਇਜ਼ ਦਿਸ ਵਨ, ਠੀਕ ਹੈ। ਸੋ ਇਸ ਨੂੰ ਆਪਾਂ ਕਹਿ ਸਕਦੇ ਹਾਂ ਆਹ ਵਾਲਾ ਲੀਨੀਅਰ ਪੈਟਰਨ ਹੈ। ਇੱਥੇ ਵੀ ਤੁਸੀਂ ਲੀਨੀਅਰ ਪੈਟਰਨ ਦੇਖ ਰਹੇ ਹੋ। ਸੋ ਇਹਦੇ ਵਿੱਚ ਜਿਹੜੀ ਗੱਲ ਕੀਤੀ ਗਈ ਹੈ ਲੀਨੀਅਰ ਪੈਟਰਨ ਬਾਰੇ, ਕਿ ਇਹ ਜਿਹੜੀਆਂ ਬਸਤੀਆਂ ਜਿਸ ਵਿੱਚ ਸੜਕਾਂ, ਰੇਲਵੇ ਲਾਈਨਾਂ, ਨਦੀ, ਇੱਕ ਘਾਟੀ ਦੇ ਨਹਿਰ ਦੇ ਕਿਨਾਰੇ ਜਾਂ ਲੈਵੀ ਨੈਚੁਰਲ ਲੈਵੀ +1 ਦੇ ਵਿੱਚ ਤੁਸੀਂ ਪੜ੍ਹਿਆ ਹੋਏਗਾ ਕਿ ਜਿਹੜੀ ਨਦੀ ਹੁੰਦੀ ਹੈ ਉਸਦੇ ਸਾਈਡ ਦੇ ਮਿੱਟੀ ਜਮ੍ਹਾਂ ਹੋ ਜਾਂਦੀ ਹੈ, ਜਿਸ ਨੂੰ ਅਸੀਂ ਨੈਚੁਰਲ ਲੈਵੀ ਕਹਿੰਦੇ ਹੈਗੇ ਆ। ਤੇ ਇਹਨਾਂ ਨੂੰ ਅਸੀਂ ਲੀਨੀਅਰ ਪੈਟਰਨ ਤੌਰ ਤੇ ਜਾਣ ਜਾਂਦੇ ਹਾਂ। ਅਸੀਂ ਵੱਡੇ ਵੱਡੇ ਸ਼ਹਿਰਾਂ ਦੀਆਂ ਐਗਜ਼ਾਮਪਲਸ ਇਹਦੇ ਵਿੱਚ ਲੈ ਸਕਦੇ ਹਾਂ ਵਿਦਿਆਰਥੀਓ। ਜਿਵੇਂ ਆਪਾਂ ਇੱਥੇ ਗੱਲ ਕਰ ਸਕਦੇ ਹਾਂ ਜਿੱਥੋਂ ਦੀ ਗੰਗਾ ਨਦੀ ਗੁਜ਼ਰਦੀ ਹੈ, ਅਹਿਮਦਾਬਾਦ ਦੀ ਗੱਲ ਕਰ ਸਕਦੇ ਹਾਂ, ਇਸੇ ਤਰ੍ਹਾਂ ਹੀ ਹਰਿਦੁਆਰ ਦੀ ਗੱਲ ਕਰ ਸਕਦੇ ਹਾਂ। ਸੋ ਜਿੱਥੋਂ ਦੀ ਜਿਹੜੀਆਂ ਨਦੀਆਂ ਵਹਿੰਦੀਆਂ ਹੈਗੀਆਂ ਨੇ, ਤਾਂ ਉਹਨਾਂ ਦੇ ਜਿਹੜੇ ਕੰਢੇ ਤੇ ਜਿਹੜੀਆਂ ਸੈਟਲਮੈਂਟਸ ਹੈਗੀਆਂ ਨੇਗੀਆਂ, ਉਸ ਨੂੰ ਅਸੀਂ ਲੀਨੀਅਰ ਬਸਤੀ ਕਹਿ ਸਕਦੇ ਹਾਂ, ਲੀਨੀਅਰ ਸੈਟਲਮੈਂਟਸ ਕਹਿ ਸਕਦੇ ਹੈਗੇ ਹਾਂ। ਸੋ ਤੀਸਰੀ ਜਿਹੜੀ ਡਾਇਗਰਾਮ ਇੱਥੇ ਮੈਂ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਜ਼ਰੂਰੀ ਨਹੀਂ ਕਿ ਮਤਲਬ ਕਿ ਤੁਸੀਂ ਜਿੱਥੋਂ ਦੀ ਨਦੀ ਹੀ ਗੁਜ਼ਰਦੀ ਹੈ ਉੱਥੇ ਹੀ ਲੀਨੀਅਰ ਸੈਟਲਮੈਂਟ ਹੋਏਗੀ। ਜੇ ਰੇਲਵੇ ਟਰੈਕ ਗੁਜ਼ਰ ਰਿਹਾ ਹੈ ਤਾਂ ਉਸ ਦੇ ਸਾਈਡ ਤੇ ਬਿਲਡਿੰਗਸ ਹੈਗੀਆਂ ਨੇ, ਤਾਂ ਉਸ ਨੂੰ ਵੀ ਅਸੀਂ ਲੀਨੀਅਰ ਪੈਟਰਨ ਦੇ ਤੌਰ ਤੇ ਜਾਣਦੇ ਹਾਂ। ਇਸੇ ਤਰ੍ਹਾਂ ਹੀ ਸਟਰੀਟਸ ਜਿਹੜੇ ਹੁੰਦੇ ਨੇ, ਮੁਹੱਲੇ ਹੁੰਦੇ ਨੇਗੇ, ਤਾਂ ਉਹਨਾਂ ਦੇ ਵਿੱਚ ਜਿਹੜੇ ਘਰ ਸਾਈਡ ਤੋਂ ਰੋਡ ਗੁਜ਼ਰਦੀ ਹੁੰਦੀ ਹੈ ਤੇ ਉਸ ਦੇ ਵਿਚਕਾਰ ਜਿਹੜੀਆਂ ਛੋਟੀਆਂ ਰੋਡਸ ਹੁੰਦੀਆਂ ਨੇ, ਤੇ ਉੱਥੇ ਵੀ ਜਿਹੜੀਆਂ ਇਹ ਬਸਤੀਆਂ ਪਾਈਆਂ ਜਾਂਦੀਆਂ ਨੇ, ਲੀਨੀਅਰ ਸੈਟਲਮੈਂਟਸ। ਚਲੋ ਅੱਗੇ ਆਪਾਂ ਥੋੜਾ ਜਿਹਾ ਹੋਰ ਅੱਗੇ ਵਧਦੇ ਹਾਂ। ਹੁਣ ਤੁਸੀਂ ਇੱਥੇ ਦੇਖ ਰਹੇ ਹੋ ਕਿ ਬੜਾ ਇੱਕ ਸਪਸ਼ਟ ਤੁਹਾਨੂੰ ਜਿਹੜੀ ਹੈਗੀ ਹੈ ਇਸ ਪਿਕਚਰ ਦੇ ਵਿੱਚ ਜਿਹੜੀ ਦਿਖਾਈ ਗਈ ਹੈ। ਤੁਸੀਂ ਦੇਖ ਰਹੇ ਹੋ ਕਿ ਥੱਲੇ ਨਦੀ ਦੀ ਪਿਕਚਰ ਹੈ ਤੇ ਉਸਦੇ ਵਿਚਕਾਰ ਸਾਈਡ ਤੇ ਘਰ ਆ ਗਏ ਹਨ, ਘਰ ਦੇ ਫਿਰ ਰੋਡ ਆ ਗਈ ਹੈਗੀ ਹੈ, ਰੋਡ ਤੋਂ ਬਾਅਦ ਅੱਗੇ ਸਟਰੀਟਸ ਆ ਗਏ ਹੈਗੇ ਆ, ਠੀਕ ਹੈ। ਦਿਸ ਇਜ਼ ਕਾਲਡ ਦਾ ਲੀਨੀਅਰ ਪੈਟਰਨ। ਸੋ ਇਸ ਨੂੰ ਅਸੀਂ ਲੀਨੀਅਰ ਪੈਟਰਨ ਆਫ ਸੈਟਲਮੈਂਟਸ ਕਹਿ ਸਕਦੇ ਹਾਂ। ਸੋ ਇਸ ਨੂੰ ਜਿਹੜੀ ਆਪਾਂ ਨੇ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਪਿਕਚਰ ਨੂੰ, ਦੈਟ ਇਜ਼ ਕਾਲਡ ਦਾ ਲੀਨੀਅਰ ਪੈਟਰਨ ਸੈਟਲਮੈਂਟ, ਜਿਸ ਨੂੰ ਅਸੀਂ ਲੀਨੀਅਰ ਬਸਤੀ ਵੀ ਕਹਿ ਸਕਦੇ ਹੈਗੇ ਹਾਂ। ਸੋ ਅੱਗੇ ਗੱਲ ਕਰਦੇ ਹਾਂ ਅਸੀਂ ਰੈਕਟੈਂਗੂਲਰ ਜਿਹੜੀਆਂ ਸੈਟਲਮੈਂਟਸ ਦੀ। ਰੈਕਟੈਂਗੂਲਰ ਜਿਵੇਂ ਨਾਮ ਤੋਂ ਹੀ ਕਲੀਅਰ ਹੈ, ਪੰਜਾਬੀ ਦੇ ਵਿੱਚ ਆਇਤਾਕਾਰ ਬਸਤੀਆਂ, ਆਇਤਾਕਾਰ ਜੋ ਆਇਤ ਦੀ ਜਿਹੜੀ ਸ਼ੇਪ ਨੂੰ ਇਖਤਿਆਰ ਕਰਦੀਆਂ ਹੋਣ, ਉਸ ਨੂੰ ਅਸੀਂ ਆਇਤਾਕਾਰ ਜਿਹੜੀਆਂ ਸੈਟਲਮੈਂਟਸ ਕਵਾਂਗੇ ਵਿਦਿਆਰਥੀਓ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਥੇ ਜਿਹੜਾ ਥੱਲੇ ਬਿਲਡਿੰਗ ਬਲਾਕ ਜਿਹੜੇ ਹੈਗੇ ਨੇ, ਬਰਾਊਨ ਕਲਰ ਦੇ ਜਿਹੜੇ ਹੈਗੇ ਘਰ ਹੈਗੇ ਆ, ਤੇ ਵਿਚਕਾਰ ਦੀ ਬਲੈਕ ਕਲਰ ਦੀ ਜਿਹੜੀ ਹੈਗੀ ਆ ਉਹ ਰੋਡ ਹੈਗੀ ਹੈ, ਠੀਕ ਹੈ। ਸੋ ਪਰ ਇਹਦੀ ਜਿਹੜੀ ਆਕਾਰ ਹੈਗਾ ਉਹ ਤੁਸੀਂ ਦੇਖ ਸਕਦੇ ਹੋ, ਉਹ ਆਇਤਾਕਾਰ ਬਣਦਾ ਹੈਗਾ। ਸੋ ਉਸ ਨੂੰ ਅਸੀਂ ਰੈਕਟੈਂਗੂਲਰ ਪੈਟਰਨ ਕਹਾਂਗੇ। ਇੱਧਰ ਦੂਸਰੇ ਪਾਸੇ ਇੱਕ ਦੂਸਰੀ ਤਸਵੀਰ ਵੀ ਦਿੱਤੀ ਹੋਈ ਹੈ, ਉਹਦੇ ਵਿੱਚ ਵੀ ਤੁਹਾਨੂੰ ਬੜਾ ਕਲੀਅਰ ਜ਼ਿਕਰ ਕੀਤਾ ਹੋਇਆ ਕਿ ਕਿਸ ਤਰ੍ਹਾਂ ਦਾ ਜਿਹੜੀ ਸੈਟਲਮੈਂਟ ਹੈ ਉਹ ਰੈਕਟੈਂਗੂਲਰ ਸੈਟਲਮੈਂਟ ਹੋਏਗੀ। ਸੋ ਥੋੜਾ ਜੇ ਆਪਾਂ ਗੱਲ ਕਰੀਏ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸੈਟਲਮੈਂਟਸ ਤੇ ਕਿੱਥੇ ਜਾਂ ਬਣਨਗੀਆਂ, ਕਿੱਥੇ ਕਰਨਗੀਆਂ, ਹਾਲਾਤਾਂ ਤੇ ਡਿਪੈਂਡ ਕਰਦਾ। ਸੇ ਉੱਥੋਂ ਦੇ ਧਰਾਤਲ ਤੇ ਡਿਪੈਂਡ ਕਰਦਾ, ਉੱਥੋਂ ਦੇ ਜਿਹੜੇ ਜਲਵਾਯੂ ਤੇ ਡਿਪੈਂਡ ਕਰਦਾ, ਉੱਥੋਂ ਦੇ ਪਾਣੀ ਤੇ ਡਿਪੈਂਡ ਕਰਦਾ। ਸੋ ਮੋਸਟਲੀ ਤਾਂ ਆਪਾਂ ਕਹਿ ਸਕਦੇ ਹਾਂ ਕਿ ਅਜਿਹੀਆਂ ਬਸਤੀਆਂ ਸਾਦੇ ਖੇਤਰਾਂ ਅਤੇ ਵਿਸ਼ਾਲ ਅੰਤਰ ਪਰਬਤੀ ਘਾਟੀਆਂ ਵਿੱਚ ਮਿਲਦੀਆਂ ਨੇ। ਇੱਕ ਗੱਲ ਕਲੀਅਰ ਕਰੀਏ ਦੀ, ਅੰਤਰ ਪਰਬਤੀ ਘਾਟੀਆਂ ਦੇ ਵਿੱਚ ਜਿਹੜੀਆਂ ਰੈਕਟੈਂਗੂਲਰ ਜਿਹੜੀਆਂ ਬਸਤੀਆਂ ਨੇਗੀਆਂ, ਆਇਤਾਕਾਰ ਬਸਤੀਆਂ ਨੇਗੀਆਂ, ਉਹ ਤੁਹਾਨੂੰ ਜ਼ਿਆਦਾ ਮਿਲਣਗੀਆਂ। ਸੋ ਅੱਗੇ ਚੱਲਦੇ ਹਾਂ। ਇੱਥੇ ਤੁਹਾਨੂੰ ਫਿਰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਇੱਕ ਸ਼ਹਿਰ ਦੀ ਏਰੀਅਲ ਫੋਟੋਗ੍ਰਾਫ ਖਿੱਚਿਆ ਗਿਆ ਹੈਗਾ, ਤੇ ਜਿਸ ਦੇ ਵਿੱਚ ਰੈਕਟੈਂਗੂਲਰ ਪੈਟਰਨ ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਗਈ ਹੈ, ਉਪਰਾਲਾ ਕੀਤਾ ਗਿਆ। ਇਹਦੇ ਵਿੱਚ ਵਿਦਿਆਰਥੀਓ ਤੁਸੀਂ ਬੜਾ ਬਾਰੀਕੀ ਦੇ ਨਾਲ ਵੇਖ ਸਕਦੇ ਹੋ। ਇਹਦੇ ਵਿੱਚ ਦੀ ਕ੍ਰਾਸ ਜਿਹੜੀਆਂ ਆਪਾਂ ਇੱਧਰੋਂ ਕ੍ਰਾਸ ਜਾ ਰਿਹਾ, ਤੇ ਇੱਧਰੋਂ ਵੀ ਸੜਕ ਆ ਰਹੀ ਹੈ, ਤੇ ਇੱਧਰੋਂ ਵੀ ਸੜਕ ਆ ਰਹੀ ਹੈ। ਵਿਚਕਾਰ ਇਹਦੇ ਮਕਾਨ ਵਸੇ ਹੋਏ ਨੇ, ਇੱਧਰ ਵੀ ਜਿਹੜੇ ਹੈਗੇ ਨੇ ਉਹ
ਮਕਾਨ ਵਸੇ ਹੋਏ ਆ, ਮਕਾਨ ਲੋਕ ਰਹਿੰਦੇ ਆ ਇੱਥੇ। ਤੇ ਇਸ ਤਰ੍ਹਾਂ ਦੇ ਜਿਹੜੇ ਪੈਟਰਨਸ ਨੂੰ ਬੜਾ ਕਲੀਅਰ ਕੱਟ ਤੁਹਾਨੂੰ ਦਿਖ ਰਿਹਾ ਹੈ ਕਿ ਇਸ ਦਾ ਰੈਕਟੈਂਗੂਲਰ ਪੈਟਰਨ ਬਣਦਾ ਹੈ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਬਸਤੀਆਂ ਨੂੰ ਅਸੀਂ ਆਇਤਾਕਾਰ ਜਿਹੜੀਆਂ ਬਸਤੀਆਂ ਕਹਿੰਦੇ ਹੈਗੇ ਆ। ਅਗਲੇ ਜਿਹੜੀ ਪੈਟਰਨ ਦੀ ਗੱਲ ਕਰਦੇ ਆ ਉਹ ਅਸੀਂ ਗੋਲਾਕਾਰ ਸਰਕੂਲਰ, ਠੀਕ ਹੈ, ਗੋਲ, ਬਿਲਕੁਲ ਜਿਹੜੀ ਗੋਲ ਹੈ ਜਿਹੜੀ ਉਸ ਦੀ ਪੈਟਰਨ ਦੀ ਗੱਲ ਕਰਦੇ ਆ ਅਸੀਂ। ਸੋ ਜਿਹੜੇ ਘਰ ਇੱਕ ਗੋਲਾਕਾਰ ਪੈਟਰਨ ਵਿੱਚ ਬਣੇ ਹੋਏ ਹੁੰਦੇ ਹਨ ਉਹਨਾਂ ਨੂੰ ਕੀ ਹੈ, ਗੋਲਾਕਾਰ ਜਿਹੜਾ ਬਸਤੀਆਂ ਜਾਂ ਪੈਟਰਨ ਦੀਆਂ ਬਸਤੀਆਂ ਕਿਹਾ ਜਾਂਦੀਆਂ ਹਨ। ਸੋ ਥੱਲੇ ਤੁਸੀਂ ਡਾਇਗਰਾਮ ਦੇ ਵਿੱਚ ਬੜਾ ਕਲੀਅਰ ਕੱਟ ਵੇਖ ਰਹੇ ਹੋ, ਉਹਦੇ ਵਿੱਚ ਕਿ ਗੋਲ ਨੁਮਾ ਜਿਹੜੀ ਸੜਕ ਹੈ, ਠੀਕ ਹੈ, ਸੋ ਬਣੀ ਹੋਈ ਹੈ ਸਰਕੂਲਰ ਪੈਟਰਨ ਦੇ ਵਿੱਚ, ਠੀਕ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਬਸਤੀਆਂ ਨੇਗੀਆਂ ਉਹ ਜ਼ਿਆਦਾਤਰ ਕਿੱਥੇ ਮਿਲਣਗੀਆਂ ਤੁਹਾਨੂੰ, ਆਪਾਂ ਕਹਿ ਸਕਦੇ ਹਾਂ ਜਿੱਥੇ ਧਾਰਮਿਕ ਸਥਾਨ, ਸੈਂਟਰ ਦੇ ਵਿੱਚ ਇੱਕ ਧਾਰਮਿਕ ਸਥਾਨ ਵਸਿਆ ਹੋਇਆ, ਜਿੱਥੇ ਬਹੁਤ ਜ਼ਿਆਦਾ ਲੋਕ ਆਉਂਦੇ ਹਨ, ਤਾਂ ਉੱਥੋਂ ਦੇ ਜਿਹੜੀਆਂ ਸੈਟਲਮੈਂਟਸ ਨੇਗੀਆਂ, ਸੋ ਉਹਨਾਂ ਦੀ ਜਿਹੜੀ ਹੈਗੀ ਹੈ ਸ਼ਕਲ ਹੈ, ਉਹਨਾਂ ਦੀ ਸ਼ੇਪ ਹੈ, ਉਹ ਸਰਕੂਲਰ ਪੈਟਰਨ ਵਜੋਂ ਆਪਾਂ ਵੇਖ ਸਕਦੇ ਹੈਗੇ ਹਾਂ। ਸੋ ਹੋਰ ਵੀ ਬਹੁਤ ਕਾਰਨ ਹੋ ਸਕਦੇ ਨੇ ਜਿੱਥੇ ਸਰਕੂਲਰ ਪੈਟਰਨ ਹੋ ਸਕਦੇ ਨੇ। ਸੋ ਜ਼ਰੂਰੀ ਨਹੀਂ ਕਿ ਇਕੱਲਾ ਜਿਹੜਾ ਧਾਰਮਿਕ ਸਥਾਨਾਂ 'ਤੇ ਹੀ ਜਿਹੜੀਆਂ ਸਰਕੂਲਰ ਪੈਟਰਨਸ ਦੇ ਵਿੱਚ ਜਿਹੜੀਆਂ ਆਪਾਂ ਨੂੰ ਬਸਤੀਆਂ ਮਿਲਣਗੀਆਂ। ਸੋ ਅਗਲਾ ਜਿਹੜਾ ਹੈਗਾ ਸਟਾਰ ਲਾਈਕ ਪੈਟਰਨ ਹੈ। ਤਾਂ ਇੱਥੇ ਬੜਾ ਕਲੀਅਰ ਕੱਟ ਤੁਹਾਨੂੰ ਦਿਖਦਾ ਹੈ ਕਿ 1 2 3 4 5 6 ਪਾਸਿਓਂ ਜਿਹੜੀਆਂ ਰੋਡਸ ਜਿਹੜੀਆਂ ਵਿਚਕਾਰ ਮਿਲ ਰਹੀਆਂ ਨੇ ਤੇ ਉਸ ਦੇ ਵਿੱਚ ਜਿਹੜੀਆਂ ਹੈਗੇ ਨੇ ਘਰ ਹੈਗੇ ਨੇ, ਠੀਕ ਹੈ। ਸੋ ਉਸ ਨੂੰ ਅਸੀਂ ਸਟਾਰ ਲਾਈਕ, ਤਾਰੇ ਦੀ ਤਰ੍ਹਾਂ ਜਿਹੜੀ ਸ਼ਕਲ ਹੈ, ਤਾਰੇ ਤਰ੍ਹਾਂ ਦੀ ਸ਼ਕਲ ਹੈ, ਉਸ ਨੂੰ ਤਾਰੇ ਦੀ ਤਰ੍ਹਾਂ ਦੀ ਜਿਹੜੀ ਬਸਤੀ ਹੈ ਉਹ ਕਿਹਾ ਜਾਂਦਾ ਹੈਗਾ। ਸੋ ਜਿਹੜੀਆਂ ਅਜਿਹੀਆਂ ਬਸਤੀਆਂ ਉਹਨਾਂ ਪੁਆਇੰਟਾਂ 'ਤੇ ਮਿਲਦੀਆਂ ਹਨ ਜਿਨ੍ਹਾਂ ਵਿੱਚ ਕਈ ਸੜਕਾਂ ਇੱਕ ਦੂਜੇ ਨੂੰ ਪਾਰ ਕਰਦੀਆਂ ਹਨ। ਮੈਂ ਪਹਿਲਾਂ ਵੀ ਇੱਕ ਜ਼ਿਕਰ ਕੀਤਾ ਹੈ ਕਿ ਇਹਦੇ ਵਿੱਚ ਇੱਕ ਪੁਆਇੰਟ 'ਤੇ ਕਈ ਸੜਕਾਂ ਮਿਲਦੀਆਂ ਹਨ, ਇੱਕ ਪੁਆਇੰਟ 'ਤੇ ਕਈ ਸੜਕਾਂ ਮਿਲਦੀਆਂ ਹਨ। ਤਾਂ ਉਸ ਤਰ੍ਹਾਂ ਦੇ ਉੱਥੇ ਜਿਹੜਾ ਪੈਟਰਨ ਬਣੂਗਾ ਉਹ ਇੱਕ ਸਟਾਰ ਦੀ ਜਿਹੜੀ ਸ਼ੇਪ ਹੈ ਉਹ ਇਖਤਿਆਰ ਕਰੇਗਾ। ਸੋ ਉਸ ਤੋਂ ਅੱਗੇ ਚੱਲਦੀ ਹੈ ਟੀ ਆਕਾਰ ਪੈਟਰਨ। ਸੋ ਇਹ ਕੋਈ ਜਿਹੜੀ ਨਵੀਂ ਸੁਣੀ ਸੁਣਾਈਆਂ ਗੱਲਾਂ ਨਹੀਂ, ਇਹ ਆਮ ਅਸੀਂ ਜਿਹੜੇ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਪੈਟਰਨਸ ਬਸ ਅਸੀਂ ਵੇਖਦੇ ਨਹੀਂ, ਸਾਰੇ ਜਿਹੜੇ ਸਾਡੇ ਆਲੇ ਦੁਆਲੇ ਸਾਨੂੰ ਆਸਾਨੀ ਦੇ ਨਾਲ ਮਿਲ ਜਾਂਦੇ ਹਨ। ਤਾਂ ਇਸ ਦੇ ਵਿੱਚ ਅੰਗਰੇਜ਼ੀ ਦੇ ਅੱਖਰ ਦੇ ਜਿਹੜਾ ਟੀ ਆਕਾਰ ਦੀ ਜਿਹੜੀ ਬਿਲਡਿੰਗ ਜਿੱਥੇ ਸਾਨੂੰ ਮਿਲੇਗੀ ਉਸ ਨੂੰ ਅਸੀਂ ਜਿਹੜਾ ਟੀ ਆਕਾਰ ਜਿਹੜੀਆਂ ਬਸਤੀਆਂ ਕਹਿ ਸਕਦੇ ਹਾਂ। ਸੋ ਟੀ ਜੰਕਸ਼ਨਾਂ ਵਿੱਚ ਬਣੇ ਮਕਾਨ ਜਿਹੜੇ ਉਸਾਰੇ ਜਾਂਦੇ, ਇਸ ਨੂੰ ਅਸੀਂ ਟੀ ਆਕਾਰ ਪੈਟਰਨ ਕਹਿੰਦੇ ਹਾਂ। ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਬਸਤੀਆਂ ਸੜਕ ਦੇ ਨਾਲ ਮਿਲਦੀਆਂ ਨੇ ਵਿਦਿਆਰਥੀਓ, ਜੋ ਕਿ ਮਿੱਤਿਕ ਡੈਡ ਐਂਡ ਵਿੱਚ ਇੱਕ ਹੋਰ ਸੜਕ, ਸਿੱਧੇ ਚੱਲਣ ਵਾਲੀ ਸੜਕ ਦੇ ਅੰਤ ਨਾਲ ਮਿਲਦੀਆਂ ਹਨ, ਜਿਸ ਨੂੰ ਟੀ ਪੁਆਇੰਟਸ ਵੀ ਅਕਸਰ ਅਸੀਂ ਕਹਿ ਸਕਦੇ ਹਾਂ, ਖੱਬੇ ਅਤੇ ਸੱਜੇ ਜਾਂਦੀਆਂ ਹਨ। ਜਿੱਥੇ ਟੀ ਪੁਆਇੰਟਸ ਆਮ ਕਰਕੇ ਅਸੀਂ ਕਹਿੰਦੇ ਹੁੰਦੇ ਹਾਂ ਕਿ ਕਿੱਥੇ ਮਿਲਣਾ ਹੈ, ਤਾਂ ਟੀ ਪੁਆਇੰਟ 'ਤੇ ਮਿਲਣਾ ਹੈ। ਤਾਂ ਟੀ ਪੁਆਇੰਟ ਉਹ ਟੀ ਪੁਆਇੰਟ ਹੁੰਦਾ ਹੈ ਜਿੱਥੇ ਟੀ ਵਾਂਗੂ ਜਿਹੜੀ ਸ਼ਕਲ ਬਣਦੀ ਹੈ ਤੇ ਉਸਦੇ ਆਲੇ ਦੁਆਲੇ ਜਿਹੜੇ ਬਹੁਤ ਸਾਰੇ ਜਿਹੜੇ ਘਰ ਵਸੇ ਹੁੰਦੇ ਹਨ। ਸੋ ਅੱਗੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਇੱਥੇ ਤੁਸੀਂ ਵੇਖ ਸਕਦੇ ਹੋ ਜਿਹੜਾ ਪਹਿਲਾ ਪੈਟਰਨ ਹੈ, ਥੋੜਾ ਜਿਹਾ ਰੀਕੈਪਚੁਲੇਟ ਕਰਦੇ ਹਾਂ, ਉਹ ਲੀਨੀਅਰ ਪੈਟਰਨ ਹੈ। ਦੂਸਰਾ ਸਰਕੂਲਰ ਪੈਟਰਨ ਆ ਗਿਆ। ਤੀਸਰਾ ਜਿਹੜਾ ਹੈਗਾ ਰੈਕਟੈਂਗੂਲਰ ਔਰ ਵੀ ਕੈਨ ਸੇ ਸਕੁਅਰ, ਠੀਕ ਹੈ। ਦੈਨ ਕ੍ਰਾਸਵਰਡਸ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਹਨ ਤੇ ਫਿਰ ਅੱਗੇ ਟੀ ਸ਼ੇਪ, ਠੀਕ ਹੈ। ਸੋ ਇਸ ਦੇ ਵਿੱਚ ਅਸੀਂ ਸਾਰੇ ਪੈਟਰਨਸ ਡਿਟੇਲ ਦੇ ਵਿੱਚ ਤਾਂ ਨਹੀਂ ਕੀਤੇ, ਪਰ ਤੁਹਾਨੂੰ ਜਿਹੜਾ ਸਮਝਾਉਣ ਦੀ ਵੱਧ ਤੋਂ ਵੱਧ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ। ਸੋ ਵਿਦਿਆਰਥੀਓ ਅੱਗੇ ਜਿਹੜਾ ਵਾਈ ਆਕਾਰ ਦਾ ਪੈਟਰਨ, ਸੋ ਵਾਈ ਮਤਲਬ ਕਿ ਅੰਗਰੇਜ਼ੀ ਦਾ ਜਿਹੜਾ ਕੈਪੀਟਲ ਲੈਟਰ ਹੈ ਵਾਈ, ਠੀਕ ਹੈ, ਵਾਈ ਕੈਪੀਟਲ। ਸੋ ਉਸ ਦੇ ਆਕਾਰ ਦਾ ਜਿਹੜਾ ਅਸੀਂ ਗੱਲ ਕਰਦੇ ਹਾਂ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਬਸਤੀਆਂ ਵੀ ਨੇ ਜਿਹੜੀਆਂ ਉਹ ਵੀ ਬਹੁਤ ਜਗ੍ਹਾਵਾਂ 'ਤੇ ਸਾਨੂੰ ਮਿਲਦੀਆਂ ਹਨ, ਜਿੱਥੇ ਦੋ ਸੜਕਾਂ ਜਿਸ ਵਿੱਚ ਵਾਈ ਸ਼ਕਲ ਦੇ ਬਰਾਬਰ ਹੁੰਦਾ, ਇਹਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ, ਇਹਨੂੰ ਵਾਈ ਆਕਾਰ ਪੈਟਰਨ ਕਿਹਾ ਜਾਂਦਾ ਹੈ। ਵਾਈ ਮਤਲਬ ਇਸ ਤਰ੍ਹਾਂ ਤੁਸੀਂ ਵਾਈ ਬਣਾ ਸਕਦੇ ਹੈਗੇ ਹੋ। ਤਾਂ ਇਹ ਥੱਲੇ ਜਿਹੜੀ ਪਿਕਚਰ ਤੁਹਾਨੂੰ ਦਿਖਾਈ ਗਈ ਹੈ ਸ਼ਹਿਰ ਦੀ, ਇਸ ਦੇ ਵਿੱਚ ਜਿਹੜਾ ਵਾਈ ਤੁਹਾਨੂੰ ਕਲੀਅਰ ਕੱਟ ਇੱਥੇ ਵਾਈ ਹੈ ਜਿਹੜਾ ਉਹ ਬਣਿਆ ਮਿਲ ਰਿਹਾ ਹੈ, ਠੀਕ ਹੈ। ਸੋ ਇਹ ਵਾਈ ਆਕਾਰ ਦੀ ਜਿਹੜੀ ਗੱਲ ਕੀਤੀ ਹੈ। ਉਸ ਤੋਂ ਬਾਅਦ ਵਿਦਿਆਰਥੀ ਅਸੀਂ ਅੱਗੇ ਚੱਲਦੇ ਹਾਂ ਨਿਊਕਲੀਏਟਡ ਸੰਖੇਪ ਜਾਂ ਕੰਪੈਕਟ ਸੈਟਲਮੈਂਟ ਦੀ ਗੱਲ ਕਰਦੇ ਹਾਂ। ਤਾਂ ਅਜਿਹੀਆਂ ਜਿਹੜੀਆਂ ਬਸਤੀਆਂ ਦੇ ਤਹਿਤ ਘਰ ਇੱਕ ਦੂਜੇ ਦੇ ਬਹੁਤ ਨਜ਼ਦੀਕ ਪਾਏ ਜਾਂਦੇ ਹਨ ਤੇ ਇਹ ਸਾਦੇ ਧਰਾਤਲ ਉਪਜਾਊ ਭੂਮੀ ਵਾਲੇ ਖੇਤਰਾਂ ਵਿੱਚ ਜ਼ਿਆਦਾ
ਕੇਂਦਰਿਤ ਹੁੰਦੇ ਹਨ। ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਜਿਹੜੀਆਂ ਨਿਊਕਲੀਏਟਡ ਸੈਟਲਮੈਂਟਸ ਨੇ ਉਹ ਬਹੁਤ ਜ਼ਿਆਦਾ ਮਿਲਣਗੀਆਂ। ਇਸੇ ਤਰ੍ਹਾਂ ਹੀ ਹਰਿਆਣੇ ਦੇ ਵਿੱਚ, ਯੂਪੀ ਦੇ ਵਿੱਚ ਨਿਊਕਲੀਏਟਡ ਸੈਟਲਮੈਂਟਸ ਜਿਹੜੀਆਂ ਉਹ ਜ਼ਿਆਦਾ ਮਿਲਣਗੀਆਂ, ਜਿੱਥੇ ਘਰਾਂ ਦਾ ਜਿਹੜਾ ਗੈਪ ਹੈ ਬਹੁਤ ਘੱਟ ਹੁੰਦਾ ਹੈ, ਬਿਲਕੁਲ ਨੇੜੇ ਹੁੰਦੇ ਹਨ। ਥੱਲੇ ਜਿਹੜਾ ਡਾਇਗਰਾਮ ਦੇ ਵਿੱਚ ਤੁਹਾਨੂੰ, ਜੇ ਤੁਹਾਨੂੰ ਪੇਪਰ ਪੁਆਇੰਟ ਆਫ ਵਿਊ, ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਡਾਇਗਰਾਮ ਹੈ ਬਣਾ ਸਕਦੇ ਹੈਗੇ ਹੋ ਆਪਣੇ ਪਰਚੇ ਦੇ ਵਿੱਚ, ਤਾਂ ਤੁਹਾਨੂੰ ਵਧੀਆ ਜਿਹੜੇ ਨੰਬਰ ਹੈ ਉਹ ਮਿਲਣਗੇ। ਅੱਗੇ ਅਸੀਂ ਜਿਹੜੀਆਂ ਫੈਲਾਊ ਬਸਤੀਆਂ ਦੀ ਗੱਲ ਕਰਦੇ ਹਾਂ, ਡਿਸਪਰਸਡ। ਸੋ ਨਾਮ ਤੋਂ ਹੀ ਪਤਾ ਲੱਗਦਾ ਹੈ ਡਿਸਪਰਸਡ ਭਾਵ ਦੂਰ। ਸੋ ਦੋ ਤਸਵੀਰਾਂ ਤੁਹਾਨੂੰ ਦਿਖਾਈਆਂ ਗਈਆਂ ਨੇ ਇੱਥੇ। ਸੋ ਡਿਸਪਰਸ ਸੈਟਲਮੈਂਟਸ ਦੇ ਵਿੱਚ, ਜਿਹਦੇ ਵਿੱਚ ਘਰ ਦੂਰ ਹੁੰਦੇ ਨੇ ਤੇ ਪਗਡੰਡੀਆਂ ਨਾਲ ਜਿਹੜਾ ਰਸਤਾ ਹੈ ਜਿਹੜਾ ਉਹ ਉੱਥੇ ਜੁੜਿਆ ਹੁੰਦਾ ਹੈਗਾ। ਤਾਂ ਇਹ ਜਿਹੜੇ ਮਕਾਨ ਨੇ ਦੂਰ ਹੋਣ ਤੋਂ ਭਾਵ, ਤਾਂ ਹੀ ਇਹਨਾਂ ਦਾ ਜਿਹੜਾ ਸੈਟਲਮੈਂਟਸ ਦਾ ਨਾਮ ਹੈ ਜਿਹੜਾ ਉਹ ਡਿਸਪਰਸਡ ਸੈਟਲਮੈਂਟਸ ਪਿਆ ਹੈ। ਸੋ ਇਹ ਜ਼ਿਆਦਾਤਰ ਜਿੱਥੇ ਆਪਾਂ ਕਹਿ ਸਕਦੇ ਹਾਂ ਵੀ ਹਿਲੀ ਟੈਰਨ ਦੇ ਵਿੱਚ, ਜਿੱਥੇ ਥੋੜ੍ਹੇ ਜਿਹੀ ਵਾਦੀਆਂ ਵਗੈਰਾ ਹੁੰਦੀਆਂ ਨੇ, ਤਾਂ ਉੱਥੇ ਇਸ ਤਰ੍ਹਾਂ ਦੇ ਜਿਹੜੇ ਸਾਨੂੰ ਮਿਲ ਸਕਦੇ ਹਨ। ਜਾਂ ਫਿਰ ਖੇਤਾਂ ਦੇ ਵਿੱਚ ਜਿਹੜੇ ਘਰ ਨੇ ਦੂਰ ਹੁੰਦੇ ਹਨ, ਤਾਂ ਉਸ ਨੂੰ ਵੀ ਅਸੀਂ ਕਹਿ ਸਕਦੇ ਹਾਂ ਡਿਸਪਰਸ ਸੈਟਲਮੈਂਟ ਦੇ ਨਾਮ 'ਤੇ ਅਸੀਂ ਜਾਣ ਸਕਦੇ ਹਾਂ। ਸੋ ਉਸ ਤਰ੍ਹਾਂ ਦੀਆਂ ਜਿਹੜੀਆਂ ਸੈਟਲਮੈਂਟਸ ਨੂੰ ਵਿਦਿਆਰਥੀਓ ਅਸੀਂ ਡਿਸਪਰਸ ਸੈਟਲਮੈਂਟਸ ਕਹਾਂਗੇ। ਅੱਗੇ ਅਸੀਂ ਗੱਲ ਕਰਦੇ ਹਾਂ ਜਿਹੜੀਆਂ ਪਲੈਨਡ ਬਸਤੀਆਂ ਨੇ। ਦਿਸ ਇਜ਼ ਅ ਵੈਰੀ ਇੰਪੋਰਟੈਂਟ, ਠੀਕ ਹੈ। ਸੋ ਯੋਜਨਾਬੱਧ ਬਸਤੀਆਂ। ਸੋ ਯੋਜਨਾਬੱਧ ਜਿਹੜੀਆਂ ਬਸਤੀਆਂ ਹੁੰਦੀਆਂ ਨੇਗੀਆਂ, ਠੀਕ ਹੈ। ਸੋ ਵਿਦਿਆਰਥੀਓ, ਉਹ ਬਸਤੀਆਂ ਹਨ ਜੋ ਸਰਕਾਰ ਦੁਆਰਾ ਯੋਜਨਾਬੱਧ ਤਰੀਕੇ ਦੇ ਨਾਲ ਉਸਾਰੀਆਂ ਹੁੰਦੀਆਂ ਹਨ। ਇਹਦੇ ਵਿੱਚ ਅਸੀਂ ਜੇਕਰ ਅਸੀਂ ਭਾਰਤ ਦੀ ਗੱਲ ਕਰੀਏ, ਭਾਰਤ ਵਿੱਚ ਸਿਰਫ ਅਸੀਂ ਚੰਡੀਗੜ੍ਹ ਦੇ ਬਾਰੇ ਗੱਲ ਕਰ ਸਕਦੇ ਹਾਂ, ਜਾਂ ਹੁਣ ਨਵੀਆਂ ਕੁਝ ਸਿਟੀਜ਼ ਬਣ ਰਹੀਆਂ ਨੇ, ਜਿਵੇਂ ਸਮਾਰਟ ਸ਼ਹਿਰ ਦਾ ਕਨਸੈਪਟ ਹੈਗਾ। ਸੋ ਦੈਟ ਇਜ਼ ਦਾ ਪਲੈਨਡ ਕਨਸੈਪਟ ਸਮਾਰਟ ਸ਼ਹਿਰਾਂ ਦਾ, ਪਰ ਉਹ ਹਾਲੇ ਅਸੀਂ ਉਸ ਨੂੰ ਇੰਝ ਨਹੀਂ ਕਹਿ ਸਕਦੇ, ਕਿਉਂਕਿ ਕਿਤੇ ਵੀ ਸਮਾਰਟ ਸ਼ਹਿਰਾਂ ਦਾ ਜਿਹੜਾ ਕਨਸੈਪਟ ਹੈ ਪੂਰਨ ਰੂਪ ਦੇ ਵਿੱਚ ਸਫਲ ਨਹੀਂ ਹੋ ਪਾਇਆ। ਉਹਦੇ ਵਿੱਚ ਕੁਝ ਬੈਰੀਅਰਸ ਨੇਗੀਆਂ, ਕਿਉਂਕਿ ਕਿਸੇ ਅਨਪਲੈਨਡ ਸਿਟੀ ਨੂੰ ਪਲੈਨਡ ਸਿਟੀ ਬਣਾਉਣਾ ਇਟਸ ਅ ਵੈਰੀ ਡਿਫਿਕਲਟ ਟਾਸਕ। ਮੁਮਕਿਨ ਤਾਂ ਹੈ, ਪਰ ਇੰਨਾ ਵੀ ਨਹੀਂ ਹੈ ਵੀ ਮੁਮਕਿਨ ਨਹੀਂ ਹੈ, ਠੀਕ ਹੈ। ਸੋ ਸਮੇਂ ਦੇ ਨਾਲ ਅਸੀਂ ਜਿਹੜੇ ਬਹੁਤ ਸਾਰੇ ਜਿਹੜੇ ਸ਼ਹਿਰ ਨੇ ਉਹ ਸਮਾਰਟ ਸ਼ਹਿਰਾਂ ਦੇ ਰੂਪ ਦੇ ਵਿੱਚ ਜਿਹੜੇ ਜਾਣੇ ਜਾਣਗੇ, ਤੇ ਉਹ ਪਲੈਨਡ ਸਿਟੀਜ਼ ਹੋਣਗੇ। ਸੋ ਫਿਲਹਾਲ ਮੈਂ ਗੱਲ ਕਰੂੰਗਾ ਸਿਰਫ ਚੰਡੀਗੜ੍ਹ। ਥੱਲੇ ਤੁਹਾਨੂੰ ਦਿਖਾਇਆ ਗਿਆ ਹੈ ਕਿ ਨਕਸ਼ਾ ਚੰਡੀਗੜ੍ਹ ਦਾ, ਕਿ ਚੰਡੀਗੜ੍ਹ ਇੱਕ ਪਲੈਨਡ ਸਿਟੀ ਹੈ, ਜੋ ਲੀ ਕਾਰਬੂਜ਼ੀਅਰ, ਅਲਬਰਟ ਮੇਅਰ, ਨੇਕ ਚੰਦ ਵਰਗੇ ਜਿਹੜੇ ਆਰਕੀਟੈਕਟ ਨੇ, ਜਿਸਨੇ ਉਹਨਾਂ ਦੀ ਮਦਦ ਦੇ ਨਾਲ ਬਣਾਇਆ ਗਿਆ ਸੀਗਾ। ਸੋ ਉਹਨਾਂ ਦੇ ਵਿੱਚ ਜਿਹੜੇ ਹਰ ਇੱਕ ਸੈਕਟਰ ਨੇ ਉਹ ਉੱਥੋਂ ਦੇ ਪਲੈਨਡ ਬਣਾਏ ਗਏ ਨੇ, ਤੇ ਪਲੈਨਡ ਸੈਕਟਰਸ ਉੱਥੋਂ ਦੇ ਹੋਣ ਦੇ ਨਾਲ ਉੱਥੇ ਇੱਕ ਜਿਹੜੀ ਵੱਖਰੀ ਗੱਲ ਹੈ ਕਿ ਹਰ ਇੱਕ ਸੈਕਟਰ ਦੇ ਵਿੱਚ ਸਾਰੀਆਂ ਸਹੂਲਤਾਂ ਉੱਥੇ ਮਿਲਦੀਆਂ ਹਨ। ਤੇ ਦੂਸਰੀ, ਉੱਥੋਂ ਦੇ ਜਿਹੜਾ ਜਦੋਂ ਚੰਡੀਗੜ੍ਹ ਬਣਾਇਆ ਗਿਆ ਸੀ ਵਿਦਿਆਰਥੀਓ, ਉਦੋਂ ਇੱਕ ਗੱਲ ਬੜੀ ਧਿਆਨ ਰੱਖੀ ਗਈ ਸੀਗੀ ਕਿ ਉੱਥੇ ਜਿਹੜੀਆਂ ਬਿਲਡਿੰਗ ਸੀਗੀਆਂ ਸਾਰੀਆਂ ਲਗਭਗ ਉਹ ਸਿੰਗਲ ਫਲੋਰ, ਮਤਲਬ ਕਿ ਸਿੰਗਲ ਬਿਲਡਿੰਗਸ ਪਾਈਆਂ ਗਈਆਂ ਸੀ, ਕਿਉਂਕਿ ਆਰਕੀਟੈਕਟ ਨੇ ਚੰਡੀਗੜ੍ਹ ਦੇ ਨੇ ਇਹ ਧਿਆਨ ਰੱਖਿਆ ਸੀਗਾ ਕਿ ਜਿਹੜੇ ਇੱਥੋਂ ਦੇ ਲੋਕ ਨੇ ਉਹ ਛੱਤਾਂ ਦੇ ਉੱਪਰ ਰਹਿਣਾ, ਛੱਤਾਂ ਦੇ ਉੱਪਰ ਸੌਣਾ ਪਸੰਦ ਕਰਦੇ ਹਨ, ਛੱਤਾਂ ਦੇ ਉੱਪਰ ਸੌਣਾ ਪਸੰਦ ਕਰਦੇ ਨੇ। ਇਸ ਕਰਕੇ ਛੱਤਾਂ ਜਿਹੜੀਆਂ ਓਪਨ ਹੋਣੀਆਂ ਚਾਹੀਦੀਆਂ ਨੇ। ਇਸ ਕਰਕੇ ਉਹਨਾਂ ਨੇ ਜ਼ਿਆਦਾਤਰ ਜਿਹੜੀਆਂ ਬਿਲਡਿੰਗਸ ਸੀਗੀਆਂ ਉਹ ਉੱਪਰੋਂ ਓਪਨ ਹੀ ਰੱਖੀਆਂ, ਮਤਲਬ ਸਿੰਗਲ ਸਟੋਰੀ ਬਿਲਡਿੰਗਸ ਨੇ ਜਿਹੜੀਆਂ ਉੱਥੇ ਬਣਾਈਆਂ ਗਈਆਂ। ਕੁਝ ਕੁ ਸੈਕਟਰਸ ਦੇ ਵਿੱਚ ਹੀ ਡਬਲ ਸਟੋਰੀ ਬਿਲਡਿੰਗਸ ਉੱਥੇ ਬਣਾਈ ਗਈਆਂ, ਤਾਂ ਕਿ ਕੋਈ ਬਾਹਰੋਂ ਕੋਈ ਜਿਹੜਾ ਇਨਸਾਨ ਹੈ, ਕੋਈ ਫੋਰਨ ਕੰਟਰੀਜ਼ ਤੋਂ ਕੋਈ ਆਉਂਦਾ ਹੈ, ਤਾਂ ਉੱਥੇ ਉਹ ਵੀ ਰਹਿ ਸਕਦਾ ਸੀਗਾ। ਸੋ ਚੰਡੀਗੜ੍ਹ ਦਾ ਸਿਟੀ ਇਜ਼ ਬਿਊਟੀਫੁਲ। ਅੱਗੇ ਥੋੜ੍ਹਾ ਜਿਹਾ ਦੀ ਸੈਰ ਵੀ ਕਰਾਂਗੇ ਚੰਡੀਗੜ੍ਹ ਦੀ, ਤਾਂ ਉਹ ਆਪਾਂ ਅੱਗੇ ਕਰਾਂਗੇ। ਸੋ ਇੱਥੇ ਚੰਡੀਗੜ੍ਹ ਨੂੰ ਅਸੀਂ ਜਿਹੜਾ ਪਲੈਨਡ ਸਿਟੀ ਆਪਾਂ ਕਹਿ ਸਕਦੇ ਹਾਂ, ਤਾਂ ਉਹਦੇ ਵਿੱਚ ਅਸੀਂ ਚੰਡੀਗੜ੍ਹ ਨੂੰ ਹੀ ਪਲੈਨਡ ਸਿਟੀ ਮੰਨਾਂਗੇ। ਸੋ ਵਿਦਿਆਰਥੀਓ, ਅੱਗੇ ਗੱਲ ਕਰਦੇ ਹਾਂ ਥੋੜ੍ਹੀਆਂ ਜਿਹੀਆਂ ਸਮੱਸਿਆਵਾਂ ਦੇ ਬਾਰੇ, ਕਿਉਂਕਿ ਜਦੋਂ ਵੀ ਅਸੀਂ ਕੋਈ ਵੀ ਸੈਟਲਮੈਂਟਸ ਵਸਾਉਣੀ ਹੁੰਦੀ ਹੈ, ਜੇ ਆਪਾਂ ਘਰ ਵੀ ਪਾਉਣਾ ਹੈ, ਤਾਂ ਉਹਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਦਾ ਜਿਹੜਾ ਸਾਨੂੰ ਸਾਹਮਣਾ ਕਰਨਾ ਪੈਂਦਾ। ਸੋ ਕਿਹੜੀਆਂ ਮੁਸ਼ਕਲਾਂ ਨੇ ਉਹਦੇ ਉੱਤੇ ਥੋੜ੍ਹਾ ਜਿਹਾ ਆਪਾਂ ਹਾਈਲਾਈਟ ਕਰਦੇ ਹਾਂ ਵਿਦਿਆਰਥੀਓ। ਅੱਜ ਕੱਲ੍ਹ ਦੇ ਯੁੱਗ ਵਿੱਚ ਜੇ ਮੈਂ ਕਿਤੇ ਰਹਿਣਾ ਪਸੰਦ ਕਰਾਂਗਾ, ਮੈਂ ਕਿੱਥੇ ਰਹਿਣਾ ਪਸੰਦ ਕਰਾਂਗਾ? ਜਿੱਥੇ
ਟੈਲੀਕਮਿਊਨੀਕੇਸ਼ਨ ਦੇ ਵਿੱਚ ਕੋਈ ਮੇਰਾ ਨੈਟਵਰਕ ਨਹੀਂ ਟੁੱਟਦਾ ਹੋਵੇਗਾ, ਠੀਕ ਹੈ, ਜਿੱਥੇ ਮੈਨੂੰ ਇੰਟਰਨੈਟ ਦੀ ਪ੍ਰੋਪਰ ਸਹੂਲਤ ਹੋਏਗੀ, ਕਿਉਂਕਿ ਜਿਸ ਤਰ੍ਹਾਂ ਦੀ ਸਾਡੀ ਡਾਇਰ ਨੀਡ ਹੈ, ਜਿਸ ਤਰ੍ਹਾਂ ਦੀ ਲੋੜ ਹੈ, ਉਸੇ ਤਰ੍ਹਾਂ ਦਾ ਅਸੀਂ ਰਹਿਣਾ ਪਸੰਦ ਕਰਾਂਗੇ। ਦੈਨ ਮੈਨੂੰ ਸੜਕਾਂ ਜਿਹੜੀਆਂ ਵਧੀਆ ਚਾਹੀਦੀਆਂ ਨੇ, ਮੈਨੂੰ ਰੇਲ ਮਾਰਗ ਵਧੀਆ ਚਾਹੀਦੇ ਨੇ, ਕਨੈਕਟੀਵਿਟੀ ਹੈ ਜਿਹੜੀ ਬਹੁਤ ਮੇਰੇ ਸ਼ਹਿਰ ਦੇ ਵਿੱਚ ਏਅਰਪੋਰਟ ਹੋਣਾ ਵੀ ਬਣਦਾ ਹੈ। ਸੋ ਏਅਰਪੋਰਟ ਜਿੱਥੇ ਹੋਏਗਾ ਸੋ ਉਹਦੇ ਨਾਲ ਮੈਨੂੰ ਜਿਹੜਾ ਹੈਗਾ ਆਸਾਨੀ ਦੇ ਨਾਲ ਟਰੈਵਲ ਕਰਨਾ ਆਸਾਨ ਹੋ ਜਾਏਗਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਜੇਕਰ ਉਹ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ, ਜੇਕਰ ਉੱਥੋਂ ਦਾ ਨੈਟਵਰਕ ਪ੍ਰੋਪਰ ਨਹੀਂ ਹੈ, ਜੇ ਉੱਥੇ ਸੜਕਾਂ ਸਹੀ ਨਹੀਂ ਹਨ, ਜੇ ਉੱਥੇ ਰੇਲਾਂ ਸਹੀ ਨਹੀਂ ਹਨ, ਰੇਲਵੇ ਦਾ ਨੈਟਵਰਕ ਅਧੂਰਾ ਹੈ, ਤਾਂ ਉੱਥੇ ਕੋਈ ਵੀ ਰਹਿਣਾ ਪਸੰਦ ਨਹੀਂ ਕਰੇਗਾ ਵਿਦਿਆਰਥੀਓ। ਸੋ ਇਹ ਜ਼ਰੂਰੀ ਹੈ। ਸੋ ਜਿੱਥੇ ਇਹੀ ਸਮੱਸਿਆਵਾਂ ਹਨ, ਜੇ ਇਸ ਸਮੱਸਿਆਵਾਂ ਦਾ ਹੱਲ ਹੋ ਜਾਏਗਾ ਤਾਂ ਉੱਥੇ ਦੀ ਜਿਹੜੀਆਂ ਬਸਤੀਆਂ ਨੇ ਉਹ ਬਹੁਤ ਵਧੀਆ ਜਿਹੜੀਆਂ ਪ੍ਰਫੁੱਲਤ ਹੋਣਗੀਆਂ, ਉੱਥੇ ਲੋਕ ਜਿਹੜੇ ਬਹੁਤ ਵਧੀਆ ਰਹਿਣਾ ਪਸੰਦ ਕਰਨਗੇ। ਸੋ ਇਹਦੇ ਵਿੱਚ ਇੱਕ ਥੱਲੇ ਡਾਟਾ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕਿ 1 ਲੱਖ ਦੀ ਗਿਣਤੀ ਨੂੰ ਪਾਰ ਕਰਨ ਵਾਲਾ ਪਹਿਲਾ ਸ਼ਹਿਰੀ ਜਿਹੜਾ ਪਲਾਟ ਉਹ ਲੰਡਨ ਦਾ ਸ਼ਹਿਰ ਸੀਗਾ। ਉਹਨੇ ਜਿਹੜਾ 1810 ਈਸਵੀ ਦੇ ਵਿੱਚ ਜਿਹੜਾ ਲੱਖ ਦੀ ਗਿਣਤੀ ਪਾਰ ਕਰ ਦਿੱਤੀ ਗਈ ਸੀ, ਅਤੇ 1982 ਦੇ ਅੰਤ ਤੱਕ ਦੁਨੀਆ ਦੇ ਲਗਭਗ 175 ਸ਼ਹਿਰਾਂ ਵਿੱਚੋਂ 10 ਲੱਖ ਆਬਾਦੀ ਦੇ ਅੰਕ ਨੂੰ ਪਾਰ ਕਰ ਗਿਆ ਸੀਗਾ। ਸੋ ਇਹ ਜਿਹੜਾ ਇੱਕ ਫੈਕਟ ਹੈ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਵਿਦਿਆਰਥੀਓ 1810 ਲੰਡਨ ਦੀ ਤੁਸੀਂ ਹਿਸਾਬ ਲਗਾ ਲਓ ਵੀ ਲੰਡਨ ਕਿੰਨਾ ਡਿਵੈਲਪਡ ਹੋਏਗਾ, ਠੀਕ ਹੈ। ਸੋ ਅੱਜ ਜਿਸ ਵੀ ਵਿਦਿਆਰਥੀ ਹੈ ਸਾਰੇ ਅਸੀਂ ਡਿਵੈਲਪਡ ਮੁਲਕਾਂ ਵੱਲ ਭੱਜਣ ਨੂੰ ਕਿਉਂ ਤਿਆਰ ਹਾਂ, ਕਿਉਂਕਿ ਵਿਕਸਿਤ ਮੁਲਕਾਂ ਨੂੰ ਭੱਜਣ ਲਈ ਕਿਉਂ ਤਿਆਰ ਨੇ, ਕਿਉਂਕਿ ਤੇ ਆਰ ਪਲੈਨਡ ਵਨ, ਠੀਕ ਹੈ। ਉੱਥੇ ਪਲੈਨਿੰਗ ਹੈ। ਜੇਕਰ ਅਸੀਂ ਇੱਥੇ ਪਲੈਨਡ ਕਰ ਦਾਂਗੇ ਇੰਡੀਆ ਨੂੰ ਹੌਲੀ ਹੌਲੀ, ਤਾਂ ਬਾਹਰਲੇ ਲੋਕ ਜਿਹੜੇ ਇੱਧਰ ਨੂੰ ਆਉਣਾ ਪਸੰਦ ਕਰਨਗੇ। ਸੋ ਦਿਸ ਇਜ਼ ਹਾਊ ਵੀ ਕੈਨ ਸੇ ਕਿ ਜੇਕਰ ਅਸੀਂ ਪਲੈਨ ਚੰਡੀਗੜ੍ਹ ਨੂੰ ਦ ਸਿਟੀ ਇਜ਼ ਬਿਊਟੀਫੁਲ ਕਿਉਂ ਕਿਹਾ ਜਾਂਦਾ, ਬਿਕੋਜ਼ ਇਟ ਇਜ਼ ਪਲੈਨਡ, ਠੀਕ ਹੈ। ਸੋ ਉਹ ਜਿਹੜਾ ਪਲੈਨਡ ਹੈ ਉਹ ਇਟ ਇਜ਼ ਪਲੈਨਡ ਐਂਡ ਇਟ ਵਾਜ਼ ਪਲੈਨਡ, ਠੀਕ ਹੈ। ਸੋ ਪਹਿਲਾਂ ਵੀ ਪਲੈਨ ਸੀ, ਹੁਣ ਵੀ ਅੱਗੇ ਉਸ ਨੂੰ ਪਲੈਨਿੰਗ ਦੇ ਨਾਲ ਅੱਗੇ ਬਣਾਇਆ ਜਾ ਰਿਹਾ ਹੈ। ਸੋ ਜਿਹੜੀ ਪਲੈਨਿੰਗ ਹੈ ਉਹ ਬੜੀ ਇੰਪੋਰਟੈਂਟ ਹੈ, ਅਤੇ ਪਲੈਨਿੰਗ ਦੇ ਵਿੱਚ ਮੈਂ ਕਿਤੇ ਥੋੜ੍ਹੀ ਜਿਹੀ ਹਟ ਕੇ ਗੱਲ ਕਰਾਂਗੀ। ਪਲੈਨਿੰਗ ਇਜ਼ ਬੇਸਡ ਔਨ 3S ਗੋਲ। 3S ਗੋਲ ਮਤਲਬ ਕਿ ਪਲੈਨਿੰਗ ਇਜ਼ ਬੇਸਡ ਔਨ ਸਤਿਅਮ ਸ਼ਿਵਮ ਸੁੰਦਰਮ, ਠੀਕ ਹੈ। ਸਤਿਅਮ ਸ਼ਿਵਮ ਸੁੰਦਰਮ, ਟਰੁਥ, ਬਿਊਟੀ ਐਂਡ ਗੁੱਡਨੈਸ, ਠੀਕ ਹੈ। ਟਰੁਥ, ਬਿਊਟੀ ਐਂਡ ਗੁੱਡਨੈਸ। ਪਲੈਨਿੰਗ ਦੇ ਵਿੱਚ ਸੱਚਾਈ ਹੋਣੀ ਚਾਹੀਦੀ ਹੈ, ਟਰੁਥ ਹੋਣਾ ਚਾਹੀਦਾ ਹੈ, ਬਿਊਟੀ ਹੋਣੀ ਚਾਹੀਦੀ ਹੈ, ਐਂਡ ਗੁੱਡਨੈਸ ਜਿਹੜੀ ਸਾਰਿਆਂ ਦੀ ਭਲਾਈ ਦੇ ਲਈ ਹੋਏ। ਸੋ ਉਹ ਜਿਹੜੀ ਪਲੈਨਿੰਗ ਹੈ ਉਹ ਇੱਕ ਸਫਲ ਪਲੈਨਿੰਗ ਹੁੰਦੀ ਹੈ ਵਿਦਿਆਰਥੀਓ। ਸੋ ਇਹ ਗੱਲ ਜਦੋਂ ਤੁਸੀਂ ਵੀ ਕਦੇ ਇਸ ਤਰ੍ਹਾਂ ਦਾ ਕੋਈ ਵੀ ਪਲਾਨ ਕਰਨਾ ਹੈ ਤਾਂ ਇਫ you keep 3S with you, then you have to do a good। ਅੱਗੇ ਚੱਲਦੇ ਹਾਂ ਸ਼ਹਿਰੀ ਨਿਰਧਾਰਨ ਦਾ ਵਰਗੀਕਰਨ। ਸ਼ਹਿਰੀ ਪਲਾਂਟਾਂ ਦੀ ਜਿਹੜੀ ਕਾਰਜਕੁਸ਼ਲਤਾ ਤੇ ਨਿਰਭਰ ਕਰਦੀਆਂ ਕਸਬੇ ਨੂੰ ਜਿਹੜਾ ਸ਼੍ਰੇਣੀਬੱਧ ਕਰਦੀਆਂ ਹੈਗੀਆਂ, ਸੋ ਉਹਨਾਂ ਨੂੰ ਕਿਸ ਤਰ੍ਹਾਂ ਕੀਤਾ ਜਾਂਦਾ ਹੈਗਾ। ਸ਼ਹਿਰੀ ਆਪਾਂ ਉਸ ਨੂੰ ਵਰਗੀਕਰਨ, ਬਸਤੀਆਂ ਦਾ ਜਿਹੜਾ ਵਰਗੀਕਰਨ ਹੈ, ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਉਂਦੀ ਹੈ ਜਿਹੜੀ ਪ੍ਰਸ਼ਾਸਕੀ ਨਗਰ, ਐਡਮਿਨਿਸਟ੍ਰੇਟਿਵ ਟਾਊਨਸ, ਠੀਕ ਹੈ। ਸੋ ਉਹਨਾਂ ਦੇ ਵਿੱਚ ਅਸੀਂ ਆਪਣੇ ਉਰੋਂ ਐਗਜ਼ਾਮਪਲ ਅਸੀਂ ਚੰਡੀਗੜ੍ਹ ਦੀ ਲੈ ਸਕਦੇ ਹਾਂ, ਜਿੱਥੋਂ ਸਾਰਾ ਪ੍ਰਸ਼ਾਸਨ ਤੁਰਦਾ ਹੈ। ਜਿਵੇਂ ਆਪਾਂ ਕਿ ਪੰਜਾਬ ਦੀ ਜਿਹੜੀ ਕੈਪੀਟਲ ਸਿਟੀ ਹੈ ਉਹ ਚੰਡੀਗੜ੍ਹ ਹੈ। ਸੋ ਇਸੇ ਤਰ੍ਹਾਂ ਹੀ ਜਿਹੜੇ ਆਪਾਂ ਫੋਰਨ ਦੀ ਗੱਲ ਕਰੀਏ, ਵਾਸ਼ਿੰਗਟਨ DC, ਨਿਊ ਦਿੱਲੀ, ਆਪਣੇ ਇੰਡੀਆ ਦੇ ਵਿੱਚ ਨਿਊ ਦਿੱਲੀ, ਕੈਨਬਰਾ, ਨਿਊ ਦਿੱਲੀ ਇਜ਼ ਦ ਕੈਪੀਟਲ ਸਿਟੀ ਆਫ ਇੰਡੀਆ, ਕੈਨਬਰਾ, ਪੈਰਿਸ, ਬੀਜਿੰਗ। ਸੋ ਲੰਡਨ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ। ਸੋ ਇਹ ਸਾਰੇ ਐਡਮਿਨਿਸਟ੍ਰੇਟਿਵ ਟਾਊਨਸ ਵਜੋਂ ਜਾਣੇ ਜਾਂਦੇ ਨੇ, ਪ੍ਰਸ਼ਾਸਕੀ ਨਗਰ ਵਿੱਚ ਜਾਣੇ ਜਾਂਦੇ। ਥੱਲੇ ਇੱਕ ਤਸਵੀਰ ਵੀ ਤੁਹਾਨੂੰ ਦੀ ਹੈ। ਚਲੋ ਹੁਣ ਥੋੜ੍ਹਾ ਜਿਹਾ ਆਪਾਂ ਚੰਡੀਗੜ੍ਹ ਦੀ ਸੈਰ ਵੀ ਕਰ ਲੈਂਦੇ ਹਾਂ, ਠੀਕ ਹੈ। ਸੋ ਲੈਟਸ ਪਲੇ ਦ ਵੀਡੀਓ ਆਫ ਚੰਡੀਗੜ੍ਹ। ਇਸ ਵੀਡੀਓ ਦੇ ਵਿੱਚ ਵਿਦਿਆਰਥੀ ਤੁਸੀਂ ਦੇਖੋਗੇ ਆਪਾਂ ਚੰਡੀਗੜ੍ਹ ਦੀ ਸੈਰ ਕਰਾਂਗੇ। ਸੋ ਚਲੋ ਚੱਲਦੇ ਹਾਂ ਚੰਡੀਗੜ੍ਹ ਵੱਲ। ਸੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਚੰਡੀਗੜ੍ਹ ਦਾ ਜਿਹੜਾ ਰੇਲਵੇ ਸਟੇਸ਼ਨ ਤੁਹਾਨੂੰ ਦਿਖਾਇਆ ਗਿਆ, ਕਿਸ ਤਰ੍ਹਾਂ ਮਨੋਰੰਜਕ ਢੰਗ ਦੇ ਨਾਲ ਜਿਹੜਾ ਪਲਾਨ ਕੀਤਾ ਗਿਆ। ਦੂਸਰੇ ਪਾਸੇ ਤੁਸੀਂ ਚੰਡੀਗੜ੍ਹ ਦਾ ਏਅਰਪੋਰਟ ਵੇਖ ਸਕਦੇ ਹੋ। ਇਹ ਚੰਡੀਗੜ੍ਹ ਦਾ ਏਅਰਪੋਰਟ ਹੈ,
ਸੋ ਹਰ ਇੱਕ ਜਿਹੜੀ ਚੀਜ਼ ਹੈ ਇੱਥੇ ਪਲਾਨ। ਸੋ ਦਿਸ ਇਜ਼ ਦਾ ਏਰੀਅਲ ਵਿਊ ਆਫ ਚੰਡੀਗੜ੍ਹ। ਸੋ ਜਹਾਜ਼ ਤੋਂ ਲਈ ਹੋਈ ਤਸਵੀਰ ਹੈ। ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹਰ ਇੱਕ ਸੈਕਟਰ ਦੇ ਵਿੱਚ ਇੱਥੇ ਗਾਰਡਨ ਹੈ, ਹਰ ਇੱਕ ਸੈਕਟਰ ਦੇ ਵਿੱਚ ਇੱਥੇ ਖੇਡ ਦਾ ਮੈਦਾਨ ਹੈ, ਹਰ ਇੱਕ ਸੈਕਟਰ ਦੇ ਵਿੱਚ ਇੱਥੇ ਜਿਹੜੀਆਂ ਵਧੀਆ ਲਾਈਟਿੰਗ ਸਿਸਟਮ ਹੈ, ਹਰ ਇੱਕ ਸੈਕਟਰ ਦੇ ਵਿੱਚ ਬੱਤੀਆਂ ਚੌਂਕ ਨੇ, ਸੋ ਰੈੱਡ ਲਾਈਟਸ ਪੈਂਦੀਆਂ ਨੇਗੀਆਂ। ਸੋ ਹਰ ਇੱਕ ਖੂਬਸੂਰਤੀ ਵਾਲੀ ਗੱਲ ਹੈ ਕਿ ਹਰ ਇੱਕ ਸੈਕਟਰ ਦੇ ਵਿੱਚ ਮਾਰਕੀਟਿੰਗ ਸੈਂਟਰ ਹੈ ਜਿੱਥੇ ਲੋਕ ਆਪਣੀਆਂ ਜ਼ਰੂਰ ਚੀਜ਼ਾਂ ਲੈ ਸਕਦੇ ਹਨ। ਸੋ ਇਹ ਤੁਸੀਂ ਵੇਖ ਰਹੇ ਹੋ ਕਿ ਇੱਥੋਂ ਦਾ ਜਿਹੜਾ ਐਡਮਿਨਿਸਟ੍ਰੇਟਿਵ ਬਲਾਕ ਹੈ। ਤੇ ਇਸੇ ਤਰ੍ਹਾਂ ਹੀ ਜਿਹੜੀਆਂ ਇੱਥੋਂ ਦੇ ਜਿਹੜੇ ਦਰਖਤ ਲਗਾਏ ਗਏ ਹਨ ਉਹ ਪਾਰਟਿਕੂਲਰ ਵੱਖਰੋ ਵੱਖਰੀਆਂ ਜਿਹੜੀਆਂ ਸੜਕਾਂ ਤੇ ਵੱਖਰੋ ਵੱਖਰੇ ਜਿਹੜੇ ਬੋਟੈਨੀਕਲ ਦੇ ਪੱਖੋਂ ਬੋਟਨੀ ਦੇ ਪੱਖੋਂ ਇੰਪੋਰਟੈਂਟ ਜਿਹੜੇ ਦਰਖਤ ਲਗਾਏ ਗਏ ਹਨ। ਤੁਹਾਨੂੰ ਚੰਡੀਗੜ੍ਹ ਹਰ ਇੱਕ ਸੜਕ ਦੇ ਉੱਪਰ ਜਿਹੜਾ ਵੱਖਰੋ ਵੱਖਰੇ ਦਰਖਤ ਮਿਲਣਗੇ। ਸੋ ਹਸਪੀਟਲਸ ਨੇ ਜਿਹੜੇ ਉਹ ਵੀ ਪ੍ਰੋਪਰ ਮਿਲਣਗੇ, ਅੱਗੇ ਫਾਊਂਟੇਨਸ। ਸੋ ਹਰ ਇੱਕ ਚੀਜ਼ ਦਾ ਜਿਹੜਾ ਖਿਆਲ ਰੱਖਿਆ ਗਿਆ ਇੱਥੇ ਚੰਡੀਗੜ੍ਹ ਦੇ ਵਿੱਚ। ਤਾਂ ਐਜੂਕੇਸ਼ਨਲ ਸੈਂਟਰਸ, ਇੱਥੋਂ ਦੀਆਂ ਜਿਹੜੀਆਂ ਦੁਕਾਨਾਂ ਨੇਗੀਆਂ ਵੱਖਰੋ ਵੱਖਰੇ ਜਿਹੜੇ ਸ਼ਹਿਰੀ ਖੇਤਰ ਦੇ ਵਿੱਚ ਜਿੰਨੀਆਂ ਚੀਜ਼ਾਂ ਦੀਆਂ ਸਪੋਰਟਸ ਦੀਆਂ ਦੁਕਾਨਾਂ, ਵੱਡੇ ਵੱਡੇ ਹੋਟਲਸ, ਉਹ ਸਾਰੀਆਂ ਚੀਜ਼ਾਂ ਇੱਥੇ ਤੁਹਾਨੂੰ ਮਿਲਦੀਆਂ ਨੇ। ਸੋ ਚੰਡੀਗੜ੍ਹ ਜਿਹੜਾ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ ਜਿਹੜੀ ਸੈਟਲਮੈਂਟ ਹੈ। ਸੋ ਜਿੱਥੇ ਅਸੀਂ ਹਰ ਇੱਕ ਜਿਹੜਾ ਇਨਸਾਨ ਹੈ ਉੱਥੇ ਰਹਿਣਾ ਪਸੰਦ ਕਰੇਗਾ। ਸੋ ਵਿਦਿਆਰਥੀਓ, ਇਹ ਅਸੀਂ ਜਿਹੜੇ ਵੱਖਰੇ ਵੱਖਰੇ ਕਾਲਜਸ ਵੇਖ ਰਹੇ ਹਾਂ, ਠੀਕ ਹੈ। ਸੋ ਯੂਨੀਵਰਸਿਟੀਜ਼ ਨੇਗੀਆਂ ਇੱਥੇ ਗੀਆਂ, ਮਾਲਸ ਨੇਗੀਆਂ ਵੱਖਰੋ ਵੱਖਰੀਆਂ। ਸੋ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਇੱਥੇ ਸਾਰੀਆਂ ਆਪਾਂ ਵੇਖ ਸਕਦੇ ਹੈਗੇ ਆ। ਸੋ ਤਾਂ ਕਿ ਸਾਨੂੰ ਇਹ ਯੂਨੀਵਰਸਿਟੀ ਦੀ ਤਸਵੀਰ ਤੁਹਾਡੇ ਸਾਹਮਣੇ ਹੈ। ਸੋ ਹਰ ਇੱਕ ਚੀਜ਼ ਇੱਥੇ ਤੁਹਾਨੂੰ ਪੂਰੀ ਮਿਲੇਗੀ। ਸੋ ਦੈਟਸ ਵਾਈ ਚੰਡੀਗੜ੍ਹ ਇਜ਼ ਅ ਪਲੈਨਡ ਐਂਡ ਐਡਮਿਨਿਸਟ੍ਰੇਟਿਵ ਸੈਟਲਮੈਂਟ। ਸੋ ਜਿਹੜੀ ਕਿ ਬਹੁਤ ਵਧੀਆ ਖੂਬਸੂਰਤ ਚੰਡੀਗੜ੍ਹ ਇਜ਼ ਆਪਾਂ ਜਿਸ ਨੇ ਬਿਊਟੀਫੁਲ ਸਿਟੀ ਹੈ। ਸੋ ਆਪਾਂ ਅੱਗੇ ਜਿਹੜਾ ਅਸੀਂ ਗੱਲ ਕਰਦੇ ਹਾਂ ਉਹ ਲੰਡਨ ਦੀ ਵੀ ਐਗਜ਼ਾਮਪਲ ਤੁਹਾਨੂੰ ਇੱਥੇ ਅਸੀਂ ਦਿੱਤੀ ਹੋਈ ਹੈ। ਸੋ ਜਿਹੜੀ ਲੰਡਨ ਦੀ ਐਗਜ਼ਾਮਪਲ ਹੈ, ਸਾ ਲੰਡਨ ਸ਼ਹਿਰ ਦੀ ਜਿਹੜੀ ਇੱਕ ਤਸਵੀਰ ਤੁਹਾਨੂੰ ਵਿਖਾਈ ਗਈ ਹੈ। ਸੋ ਅੱਗੇ ਚੱਲ ਅਸੀਂ ਵਪਾਰਕ ਸ਼ਹਿਰਾਂ ਦੀ ਗੱਲ ਕਰਦੇ ਹਾਂ। ਸੋ ਵਿਦਿਆਰਥੀਓ, ਵਪਾਰਕ ਸ਼ਹਿਰ ਕਿਹੜੇ ਹੁੰਦੇ ਨੇ ਜਿੱਥੇ ਵਪਾਰ ਦੇ ਪੱਖੋਂ ਜਿਹੜਾ ਇੰਪੋਰਟੈਂਟ ਹੋਵੇ। ਸੋ ਇਹਦੇ ਵਿੱਚ ਇੱਥੇ ਗੱਲ ਕੀਤੀ ਗਈ ਹੈ ਆਗਰਾ ਦੀ, ਲਾਹੌਰ ਦੀ, ਬਗਦਾਦ ਦੀ, ਕੁਝ ਇੰਡੀਆ ਦੇ ਵਿੱਚੋਂ ਆਗਰਾ ਦੀ ਅਸੀਂ ਐਗਜ਼ਾਮਪਲ ਲੈ ਸਕਦੇ ਹਾਂ ਜਿਸ ਨੂੰ ਟਰਾਂਸਪੋਰਟ ਨੋਡ ਵਜੋਂ ਜਾਣਿਆ ਜਾ ਸਕਦਾ। ਇਸ ਤਰ੍ਹਾਂ ਹੀ ਵਿਨੀਪੈਗ ਦੀ ਐਗਜ਼ਾਮਪਲ ਲੈ ਸਕਦੇ ਹਾਂ, ਇਹ ਮੈਨਚੈਸਟਰ ਦੀ ਐਗਜ਼ਾਮਪਲ ਲੈ ਸਕਦੇ ਹਾਂ। ਵਿਨੀਪੈਗ ਹੈ ਜਿਹੜਾ ਉਹ ਖੇਤੀਬਾੜੀ ਦਾ ਇੱਕ ਬਹੁਤ ਵੱਡਾ ਜਿਹੜਾ ਖੇਤਰ ਹੈ, ਖੇਤੀਬਾੜੀ ਦੇ ਵਿੱਚ ਉੱਥੇ ਬੜਾ ਡਿਵੈਲਪਡ ਜਿਹੜੀ ਖੇਤੀਬਾੜੀ ਹੈ ਉਹ ਉੱਥੇ ਕੀਤੀ ਜਾਂਦੀ ਹੈ। ਸੋ ਇੱਥੋਂ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਜਿਹੜੀਆਂ ਉਹ ਅਸੀਂ ਕਰ ਸਕਦੇ ਹੈਗੇ ਹਾਂ। ਅੱਗੇ ਜਿਹੜੀ ਗੱਲ ਕਰਦੇ ਹਾਂ ਅਸੀਂ ਸੱਭਿਆਚਾਰਕ ਸ਼ਹਿਰਾਂ ਦੀ ਗੱਲ ਕਰਦੇ ਹਾਂ। ਸੱਭਿਆਚਾਰਕ ਸ਼ਹਿਰਾਂ ਦੇ ਵਿੱਚ ਜਿਸ ਨੂੰ ਅਸੀਂ ਕਲਚਰਲ ਟਾਊਨਸ ਦੇ ਨਾਂ 'ਤੇ ਵੀ ਜਾਣੇ ਜਾਂਦੇ ਹਨ। ਸੋ ਇਹਦੇ ਵਿੱਚ ਐਗਜ਼ਾਮਪਲਸ ਆਪਾਂ ਜੇ ਸਟੱਡੀ ਕਰੀਏ ਅਸੀਂ ਜਿਹੜੀ ਬੜੀ ਖੂਬਸੂਰਤ ਤਸਵੀਰ ਹੈ ਜਿਹੜਾ ਤੁਹਾਡਾ ਸਾਹਮਣੇ, ਇਹ ਸਾਡੇ ਜਿਹੜੇ ਇੱਕ ਧਾਰਮਿਕ ਸਥਾਨ ਦਰਬਾਰ ਸਾਹਿਬ ਜਿਸ ਨੂੰ ਅਸੀਂ ਗੋਲਡਨ ਟੈਂਪਲ ਵੀ ਕਹਿੰਦੇ ਹਾਂ, ਸੋ ਉਹਦੀ ਦਿੱਤੀ ਗਈ ਹੈ। ਇਸੇ ਤਰ੍ਹਾਂ ਯਰੂਸ਼ਲਮ, ਮੱਕਾ, ਜਗਨਨਾਥਪੁਰੀ, ਮਦੁਰਾਈ, ਵਾਰਾਣਸੀ। ਸੋ ਆਲ ਦੀਜ਼ ਆਰ ਕਾਲਡ ਜਿਹੜੇ ਕਲਚਰਲ ਟਾਊਨਸ, ਸੱਭਿਆਚਾਰਕ ਸ਼ਹਿਰ ਨੇ ਜਿੱਥੇ ਲੋਕ ਰਹਿਣਾ ਪਸੰਦ ਕਰਦੇ ਨੇ। ਸੋ ਉਹਨਾਂ ਨੂੰ ਸੱਭਿਆਚਾਰਕ ਸ਼ਹਿਰ ਦੇ ਵਜੋਂ ਅਸੀਂ ਜਾਣਦੇ ਹਾਂ। ਸੋ ਦੂਸਰੇ ਅਸੀਂ ਸੈਕਿੰਡ ਵਨ ਇਜ਼ ਦਾ ਅਸੀਂ ਗੱਲ ਕਰਦੇ ਹਾਂ ਤਾਂ ਰੀਕ੍ਰੀਏਸ਼ਨਲ ਟਾਊਨਸ ਦੀ ਗੱਲ ਕਰਦੇ ਹਾਂ, ਮਨੋਰੰਜਨ ਵਾਲੇ ਕਸਬੇ। ਸੋ ਜਿੱਥੇ ਲੋਕ ਜਿਹੜੇ ਮਨੋਰੰਜਨ ਕਰਨਾ ਚਾਹੁੰਦੇ ਆ। ਧਾਰਮਿਕ ਸਥਾਨਾਂ 'ਤੇ ਲੋਕ ਜਿਹੜੇ ਸੱਭਿਆਚਾਰਕ ਅਸੀਂ ਸ਼ਹਿਰ ਜਿੱਥੇ ਹਿਸਟੋਰੀਕਲ ਬੈਕਗਰਾਊਂਡ ਆਪਾਂ ਗੱਲ ਕਰਦੇ ਹੈਗੇ ਆ। ਅਤੇ ਪਰ ਮਨੋਰੰਜਨ ਵਾਲੇ ਕਸਬਿਆਂ 'ਤੇ ਜਿੱਥੇ ਸਾਨੂੰ ਲੀਅਰ ਟਾਈਮ ਹੈ ਜਿਹੜਾ ਸਾਡਾ ਜਿਹੜਾ ਵਿਹਲਾ ਟਾਈਮ ਹੈ ਉੱਥੇ ਸਾਨੂੰ ਜਾ ਕੇ ਉੱਥੇ ਖੁਸ਼ਹਾਲੀ ਮਿਲੇ, ਨੇਚਰ ਨਾਲ ਜੁੜਨ ਦਾ ਮੌਕਾ ਮਿਲੇ, ਜਿਨ੍ਹਾਂ ਵਿੱਚ ਅਸੀਂ ਸ਼ਿਮਲੇ ਦੀ ਗੱਲ ਕਰ ਸਕਦੇ ਹਾਂ, ਨਾਰਕੰਡਾ ਦੀ ਗੱਲ ਕਰ ਸਕਦੇ ਹਾਂ, ਮਨਸੂਰੀ ਦੀ ਗੱਲ ਕਰ ਸਕਦੇ ਹਾਂ, ਕੰਨਿਆ ਕੁਮਾਰੀ ਦੀ ਗੱਲ ਕਰ ਸਕਦੇ ਹਾਂ, ਊਟੀ ਦੀ ਗੱਲ ਕਰ ਸਕਦੇ ਹਾਂ। ਸੋ ਇਸ ਤੋਂ ਬਹੁਤ ਸਾਰੇ ਜਿਹੜੇ ਸ਼ਹਿਰ ਨੇ ਹੋਰ ਜਿਹੜੇ ਇਸ ਤਰ੍ਹਾਂ ਦੇ ਵਸੇ ਹੋਏ ਨੇ ਜਿੱਥੇ ਸਾਡਾ ਦਿਲ ਪਾਰ ਜਾਣ ਨੂੰ ਕਰਦਾ ਹੈ। ਸੋ ਇਹ ਜਿਹੜੀ ਖੂਬਸੂਰਤ ਤਸਵੀਰ ਹੈ ਜਿਹੜੀ ਨੈਨੀਤਾਲ ਦੀ ਝੀਲ ਦੀ ਹੈ। ਸੋ ਜੇਕਰ ਤੁਹਾਨੂੰ ਮੌਕਾ ਮਿਲਿਆ ਤਾਂ ਜ਼ਰੂਰ ਇੱਥੇ ਜਾਣਾ ਹੈ, ਤੁਸੀਂ ਨੇ ਜ਼ਰੂਰ ਆਨੰਦ ਲੈਣਾ ਹੈ ਨੈਨੀਤਾਲ ਦਾ। ਕੁਦਰਤੀ ਗੋਦ ਵਿੱਚ ਜਾਓਗੇ, ਪਾਰ ਜਾਣ ਨੂੰ ਜਿਹੜਾ ਤੁਹਾਡਾ ਦਿਲ ਕਰੇਗਾ। ਵਿਦਿਆਰਥੀਓ,
ਅੱਗੇ ਇੰਡਸਟਰੀਅਲ ਟਾਊਨਸ ਦੀ ਗੱਲ ਕਰਦੇ ਹਾਂ। ਸੋ ਇੰਡਸਟਰੀਅਲ ਟਾਊਨਸ ਦੇ ਵਿੱਚ ਅਸੀਂ ਜਮਸ਼ੇਦਪੁਰ ਦੀ ਗੱਲ ਕਰ ਸਕਦੇ ਹਾਂ, ਫੋਰਨ ਕੰਟਰੀ ਵਿੱਚ ਪਿਟਸਬਰਗ ਦੀ ਗੱਲ ਕਰ ਸਕਦੇ ਹਾਂ। ਜਮਸ਼ੇਦਪੁਰ ਜਮਸ਼ੇਦ ਜੀ ਟਾਟਾ ਜੀ ਦਾ ਪਲਾਂਟ ਹੈ, ਜਿਸ ਨੂੰ ਟਾਟਾ ਕੰਪਨੀ ਜਿਹੜੀ ਚਲਾਉਂਦੀ ਹੈ। ਤਾਂ ਉੱਥੇ ਜਿਹੜੇ ਹੈਗੇ ਨੇ ਉਦਯੋਗਿਕ ਸ਼ਹਿਰ ਨੇ, ਇੰਡਸਟਰੀਅਲ ਟਾਊਨਸ ਨੇ, ਜਿੱਥੇ ਬਹੁਤ ਵੱਡੀ ਮਾਤਰਾ ਦੇ ਵਿੱਚ ਉਦਯੋਗਿਕ ਗਤੀਵਿਧੀਆਂ ਜਿਹੜੀਆਂ ਉਹ ਚਲਾਈਆਂ ਜਾਂਦੀਆਂ ਨੇਗੀਆਂ। ਸੋ ਇਹ ਸੀਗਾ ਸਾਡਾ ਅੱਜ ਦਾ ਜਿਹੜਾ ਲੈਕਚਰ ਮਨੁੱਖੀ ਬਸਤੀਆਂ ਦੇ ਉੱਪਰ, ਮਨੁੱਖੀ ਸੈਟਲਮੈਂਟਸ ਦੇ ਉੱਪਰ। ਉਮੀਦ ਕਰਦਾ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਏਗਾ। ਸੋ ਚੈਨਲ ਨੂੰ ਸਾਡੇ ਨੂੰ ਸ਼ੇਅਰ ਕਰਨਾ ਤੇ ਆਪਣਾ ਵਿਊ ਦੇਣੇ ਜ਼ਰੂਰ ਭੁੱਲਿਓ ਨਾ ਵਿਦਿਆਰਥੀਓ। ਵਿਊਜ਼ ਦੇ ਜਿਹੜੇ ਉਹ ਜ਼ਰੂਰ ਦੇਣੇ ਨੇਗੇ। ਸੋ ਇਸ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ। ਸੋ ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ। ਥੈਂਕ ਯੂ। ਸਤਿ ਸ਼੍ਰੀ ਅਕਾਲ।